ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਐਡਮਿੰਟਨ ਡੇਈ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਸਾਲ 2021 ਸਮਾਪਤ ਹੋ ਚੁੱਕਿਆ ਹੈ ਔਰ 2022 ਜਿਹੜਾ ਹੈ ਉਸ ਦੀ ਆਮਦ ਹੋ ਚੁੱਕੀ ਹੈ। ਨਵੇਂ ਸਾਲ ਚੜ੍ਹਨ ਤੇ ਕੈਨੇਡੀਅਨਸ ਜਿਹੜੇ ਨੇ ਉਹ ਟੈਕਸ ਪਲੈਨਿੰਗ ਦੇ ਵਿੱਚ ਰੁੱਝ ਜਾਂਦੇ ਨੇ ਔਰ ਹਰ ਸਾਲ CRA ਵੱਲੋਂ ਇੰਡੀਵਿਜੂਅਲ ਟੈਕਸ ਰਿਲੇਟਡ ਅਤੇ ਬਿਜ਼ਨਸ ਟੈਕਸ ਰਿਲੇਟਡ ਕਈ ਅਪਡੇਟਸ ਆਉਂਦੀਆਂ ਨੇ ਔਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਆਪਣੇ ਦਰਸ਼ਕਾਂ ਨੂੰ ਇਹ ਜਿਹੜੀਆਂ ਅਪਡੇਟਸ ਨੇ ਉਹਨਾਂ ਨਾਲ ਅਵਗਤ ਕਰਵਾਈਏ। ਅੱਜ ਸਾਡੇ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਮਮਤਾ ਤ੍ਰਿਹਨ ਜੀ ਪਹੁੰਚੇ ਨੇ, ਜਿਹੜੇ ਕਿ ਅਕਾਊਂਟਿੰਗ ਐਂਡ ਟੈਕਸ ਐਵੇਨਿਊ ਇੰਕ ਦੇ ਡਾਇਰੈਕਟਰ ਨੇ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਮਮਤਾ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਮਨਜੀਤ ਜੀ। ਤੇ ਮਮਤਾ ਜੀ, ਜਿਵੇਂ ਮੈਂ ਦਰਸ਼ਕਾਂ ਨਾਲ ਸਾਂਝ ਪਾਈ ਕਿ ਤੁਹਾਡੀ ਅਕਾਊਂਟਿੰਗ ਫਰਮ ਦਾ ਪਹਿਲਾ ਨਾਮ ਜਿਹੜਾ ਸੀਗਾ EK ਤ੍ਰਿਹਨ ਐਂਡ ਕੰਪਨੀ ਸੀਗਾ। ਹਾਂਜੀ। ਰੀਸੈਂਟਲੀ ਉਹਦੇ ਵਿੱਚ ਚੇਂਜਸ ਹੋਈਆਂ ਨੇ ਤੇ ਨਾਮ ਰੱਖ ਦਿੱਤਾ ਹੁਣ ਤੁਸੀਂ ਅਕਾਊਂਟਿੰਗ ਐਂਡ ਟੈਕਸ ਐਵੇਨਿਊ ਇੰਕ। ਹਾਂਜੀ। ਸੋ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸਿਰਫ ਨਾਮ ਚੇਂਜ ਹੋਇਆ ਵਾ, ਲੋਕੇਸ਼ਨ ਵੀ ਉਹੀ ਆ ਤੇ ਡੀਲਿੰਗ ਹੈਂਡ ਜਿਹੜੇ ਬੰਦੇ ਨੇ ਮਮਤਾ ਤ੍ਰਿਹਨ ਜੀ ਉਹ ਵੀ ਉਹੀ ਨੇ। ਤੇ ਹੁਣ ਆਪਾਂ ਗੱਲਬਾਤ ਜਿਹੜੀ ਆ ਜੀ ਟੈਕਸੇਸ਼ਨ ਨੂੰ ਲੈ ਕੇ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਨੈਚੁਰਲੀ ਬਿਜ਼ਨਸ ਹੈ ਇੱਕ ਪਾਸੇ ਤੇ ਇੱਕ ਪਾਸੇ ਇੰਡੀਵਿਜੂਅਲ ਟੈਕਸ ਨੀਡਸ ਹੁੰਦੀਆਂ। ਹਾਂਜੀ। ਤੇ ਸਭ ਤੋਂ ਪਹਿਲਾਂ ਅੱਜ ਕਿਹੜੀ ਗੱਲਬਾਤ ਕਰ ਰਹੇ ਆਪਾਂ? ਬਿਜ਼ਨਸ ਤੋਂ ਸ਼ੁਰੂ ਕਰ ਲੈਂਦੇ ਅੱਜ। ਚਲੋ ਠੀਕ ਹੈ ਜੀ। ਤੇ ਫਿਰ ਬਿਜ਼ਨੈਸਿਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖਬਰ ਆ ਉਹ ਕਿਹੜੀ ਹੈਗੀ ਆ? ਹਾਂਜੀ ਮਨਜੀਤ ਜੀ, ਮੇਰੇ ਖਿਆਲ ਪਹਿਲਾਂ ਅਸੀਂ ਸੀਬਾ ਤੋਂ ਸ਼ੁਰੂ ਕਰਦੇ ਆ ਜੀ, ਜਿਹੜਾ ਕਿ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ ਨਾਮ ਤੋਂ ਜਾਣਿਆ ਜਾਂਦਾ ਹੈਗਾ। ਸੋ ਗਵਰਨਮੈਂਟ ਨੇ ਅਪ੍ਰੈਲ 2020 ਚ ਇਹ ਲਾਂਚ ਕੀਤਾ ਸੀ ਫॉर ਕੋਵਿਡ। ਬਿਲਕੁਲ, ਕੋਵਿਡ ਮਹਾਮਾਰੀ ਸੀ, ਕਾਫੀ ਲੋਕ ਪਰੇਸ਼ਾਨ ਸੀਗੇ, ਬਿਜ਼ਨੈਸ ਦਾ ਕਾਫੀ ਬੁਰਾ ਹਾਲ ਸੀ, ਬਿਜ਼ਨੈਸ ਬਹੁਤ ਡਾਊਨ ਹੋ ਗਏ ਸੀ ਤਾਂ ਉਹਨਾਂ ਲਈ 40,000 ਦਾ ਅਮਾਉਂਟ ਅਨਾਉਂਸ ਕੀਤਾ ਸੀਗਾ ਜੀ। ਸੋ ਆਲਮੋਸਟ 898,000 ਬਿਜ਼ਨੈਸਿਸ ਨੂੰ ਇਹ ਹੈਲਪ ਮਿਲੀ ਹੈ। ਕੀ ਬਾਤ ਹੈ। ਅਪਰੋਕਸੀਮੇਟ $49 ਬਿਲੀਅਨ ਦਾ ਅਮਾਉਂਟ ਸੀਗਾ ਇਹ, ਬਹੁਤ ਵੱਡੀ ਅਮਾਉਂਟ ਆ, ਜਿਹਦੀ ਰਿਟਰਨਿੰਗ ਡੇਟ ਦਸੰਬਰ 2022 ਸੀਗੀ, ਪਰ ਗਵਰਨਮੈਂਟ ਨੇ ਉਹ ਇਨਕਰੀਜ਼ ਕਰਕੇ ਦਸੰਬਰ 2023 ਕਰ ਦਿੱਤੀ ਹੈ। ਸੋ ਇੱਕ ਸਾਲ ਦੀ ਲਗਭਗ ਐਕਸਟੈਂਸ਼ਨ ਮਿਲ ਚੁੱਕੀ ਹੈ। ਇਹ ਬਹੁਤ ਵੱਡੀ, ਇਟਸ ਅ ਗੁੱਡ ਹੈਲਪ, ਕਿਉਂਕਿ ਇੱਕ ਸਾਲ ਦਾ ਟਾਈਮ ਬਿਨਾ ਇੰਟਰਸਟ ਤੋਂ ਬਿਜ਼ਨੈਸਿਸ ਉਹ ਅਮਾਉਂਟ ਆਪਣਾ ਫਿਰ ਯੂਜ਼ ਕਰ ਸਕਦੇ। ਅੱਛਾ ਜੀ, ਤੇ ਇੰਟਰਸਟ ਅਜੇ ਵੀ ਜ਼ੀਰੋ ਰਹੇਗਾ, ਸਾਲ ਇੱਕ ਹੋਰ ਉਹਨਾਂ ਨੂੰ ਰਾਹਤ ਮਿਲ ਗਈ ਹੈ। ਹਾਂਜੀ, 20,000 ਦੀ ਫੋਰਗਿਵਨੈਸ ਹੈ ਜਿਹੜੀ ਉਹ ਟੈਕਸੇਬਲ ਹੋਏਗੀ ਜੀ, ਬਟ 40,000 ਦਾ ਜਿਹੜਾ ਅਮਾਉਂਟ ਹੈ ਉਹ ਵਿਦਆਊਟ ਇੰਟਰਸਟ ਠੀਕ ਹੈ ਵਾਪਸ ਕਰਨਾ ਹੈਗਾ। ਪਰ ਜੇ 40,000 ਦਾ ਅਮਾਉਂਟ ਨਹੀਂ ਵਾਪਸ ਕਰਤੇ ਦਸੰਬਰ 23 ਤੱਕ, ਦੈਨ ਉਹ ਇੰਟਰਸਟ 5% ਇੰਟਰਸਟ ਚਾਰਜੇਬਲ ਹੈਗਾ ਉਹਦੇ ਤੇ। ਠੀਕ ਹੈ ਜੀ। ਤੇ ਜਿਹੜਾ ਇਹ ਅਮਾਉਂਟ ਤੁਸੀਂ ਦੱਸਿਆ ਵੀ ਪਹਿਲਾਂ ਇਹ 40,000 ਸੀਗਾ, ਦੈਨ 60,000 ਹੋ ਗਿਆ, ਤੇ ਇਹਦਾ ਜਿਹੜਾ ਟੈਕਸ ਬਣਦਾ ਵਾ ਉਹ ਕਦੋਂ ਦੇਣਾ ਹੋਵੇਗਾ ਜਿਹੜੇ ਬਿਜ਼ਨੈਸਿਸ ਨੇ ਇਹਨੂੰ ਅਵੇਲ ਕੀਤਾ ਫੈਸਿਲਿਟੀ ਨੂੰ? ਸੋ ਜਦੋਂ ਬਿਜ਼ਨੈਸਿਸ ਨੇ ਇਹ ਇਸ ਤਰ੍ਹਾਂ ਹੋਇਆ ਸੀ, ਪਹਿਲਾਂ 40,000 ਸੀਗਾ, ਫਿਰ 20,000 ਹੋਇਆ। ਸੋ ਪਹਿਲੇ 40,000 ਚੋਂ 10,000 ਜਿਹੜਾ ਸੀਗਾ ਉਹ ਟੈਕਸੇਬਲ ਸੀ। ਸੋ ਉਹ 10,000 ਉਸੇ ਸਾਲ ਚ ਟੈਕਸੇਬਲ ਸੀ ਜਿਸ ਸਾਲ ਉਹ ਮਿਲਿਆ ਸੀਗਾ ਜੀ। ਅਗੇਨ ਜਿਸ ਸਾਲ ਚ 20,000 ਮਿਲਿਆ ਉਹਦੇ ਵਿੱਚੋਂ 10,000 ਉਸ ਸਾਲ ਚ ਟੈਕਸੇਬਲ ਸੀ ਜਦੋਂ ਜਿਸ ਸਾਲ ਉਹ ਬਿਜ਼ਨੈਸਿਸ ਨੂੰ ਮਿਲਿਆ ਹੈ। ਠੀਕ ਹੈ ਜੀ। ਸੋ ਜਿਸ ਟਾਈਮ ਪੀਰੀਅਡ ਦੇ ਵਿੱਚ ਇਹ ਅਮਾਉਂਟ ਮਿਲਿਆ ਉਸ ਟਾਈਮ ਪੀਰੀਅਡ ਦੇ ਵਿੱਚ ਇਹ ਟੈਕਸੇਬਲ ਉਸੇ ਸਾਲ ਤੁਸੀਂ ਉਹ ਟੈਕਸ ਜਿਹੜਾ ਪੇ ਕਰਨਾ ਸੀਗਾ। ਤੇ ਹੁਣ ਗੱਲ ਕਰਦੇ ਹਾਂ ਜੀ ਕਿ ਇਲੈਕਟ੍ਰਿਕ ਕਾਰਾਂ ਦਾ ਅੱਜਕੱਲ੍ਹ ਜ਼ਮਾਨਾ ਵਾ। ਸਰਕਾਰਾਂ ਵਰਲਡ ਵਾਈਡ ਕੋਸ਼ਿਸ਼ ਕਰ ਰਹੀਆਂ ਵੀ ਆਪਣੀ ਜਿਹੜੀ ਜਨਤਾ ਵਾ ਉਸ ਨੂੰ ਕਾਈਂਡ ਆਫ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਜਿਵੇਂ ਕਿ ਭਾਈ ਜਿਹੜੀਆਂ ਟ੍ਰੈਡੀਸ਼ਨਲ ਗੱਡੀਆਂ ਨੇ ਡੀਜ਼ਲ ਤੇ ਪੈਟਰੋਲ ਤੇ ਉਹਨਾਂ ਨੂੰ ਛੱਡ ਕੇ ਹੁਣ ਆਪਾਂ ਇਲੈਕਟ੍ਰਿਕ ਗੱਡੀਆਂ ਵੱਲ ਚੱਲੀਏ। ਗਵਰਨਮੈਂਟ 에ਅਰ ਕੁਆਲਿਟੀ ਵੱਲ ਧਿਆਨ ਦੇ ਰਹੀ ਹੈ। ਬਿਲਕੁਲ ਬਿਲਕੁਲ। ਤੇ ਟੈਸਲਾ ਦੀਆਂ ਗੱਡੀਆਂ ਤੁਹਾਨੂੰ ਪਤਾ ਵਾ ਆਲਰੇਡੀ ਮਾਰਕੀਟ ਦੇ ਵਿੱਚ ਧੁੰਮਾਂ ਪਾ ਚੁੱਕੀਆਂ ਨੇ, ਐਪਲ ਵੀ ਤਿਆਰ ਬੈਠਾ, ਹੁੰਡਾਈ ਵੀ ਤਿਆਰ ਆ, ਤੇ ਹੋਰ ਵੀ ਵੱਖ-ਵੱਖ ਕੰਪਨੀਆਂ ਜਿਹੜੀਆਂ ਨੇ ਆਈ ਬਿਲੀਵ ਕਿ ਉਹ ਇਲੈਕਟ੍ਰਿਕ ਕਾਰਾਂ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ। ਹਾਂਜੀ। ਸੋ ਜਿਹੜੇ ਬਿਜ਼ਨੈਸਿਸ ਨੇ ਉਹਨਾਂ ਨੂੰ ਵੀ ਕੋਈ ਜਿਹੜੀ CRA ਆ ਕੋਈ ਹੈਲਪ ਕਰਨ ਜਾ ਰਹੀ ਹੈ, ਕੋਈ ਟੈਕਸ ਕ੍ਰੈਡਿਟ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ? ਹਾਂਜੀ। ਸੋ ਅਕਾਊਂਟਿੰਗ ਫਰਮ ਚ ਵੀ ਕਾਲਡ ਇਟ ਜ਼ੀਰੋ ਐਮਿਸ਼ਨ ਪੈਸੇਂਜਰ ਵਹੀਕਲਸ ਜੀ। ਸੋ ਜਿਨ੍ਹਾਂ ਦੇ ਕੋਲ ਵੀ ਜ਼ੀਰੋ ਐਮਿਸ਼ਨ ਪੈਸੇਂਜਰ ਵਹੀਕਲਸ ਹੈਗੇ ਆ, ਲਾਸਟ ਈਅਰ ਤੱਕ ਉਹਦੀ CCA ਜਿਹੜੀ ਸੀ ਅਮਾਉਂਟ 55,000 ਤੱਕ ਦਾ ਕਲੇਮ ਸੀਗਾ। ਸੋ ਇਸ ਸਾਲ ਇਹ ਇੱਕ ਨਵਾਂ ਐਡੀਸ਼ਨ ਕੀਤਾ ਗਵਰਨਮੈਂਟ ਨੇ। ਸੋ 55,000 ਤੋਂ ਅਮਾਉਂਟ ਇਨਕਰੀਜ਼ ਕਰਕੇ 59,000 ਹੋ ਗਿਆ। ਅੱਛਾ ਜੀ। ਸੋ 59,000 ਮੀਨਸ ਕਿ
ਪਹਿਲੇ ਸਾਲ 'ਚ ਹੀ ਉਹ ਆਪਣੇ ਬਿਜ਼ਨਸ ਦੇ ਵਿੱਚੋਂ 59000 ਤੱਕ ਦੇ ਐਕਸਪੈਂਸਸ ਡਿਕਰੀਜ਼ ਕਰ ਸਕਦੇ ਆ। ਸੋ ਉਹ ਉਹਨਾਂ ਦੇ ਟੈਕਸੀਬਲ ਇਨਕਮ ਚੋਂ ਘਟ ਜਾਏਗਾ, ਉਹ ਟੈਕਸੇਬਲ ਇਨਕਮ ਚੋਂ ਰਿਡਿਊਸ ਹੋ ਜਾਊਗਾ। ਤੇ ਜਿਹੜੀ ਉਹਨਾਂ ਨੇ ਮੰਥਲੀ ਉਹਦੀਆਂ ਪੇਮੈਂਟਸ ਕਰਨੀਆਂ ਹੁੰਦੀਆਂ ਉਹਦੇ ਵਿੱਚ ਵੀ ਕੋਈ ਰਾਹਤ ਮਿਲੀ ਹੈ, ਕੋਈ ਇਨਕਰੀਜ਼ ਹੋਈ ਉਹਦੇ ਵਿੱਚ? ਨਹੀਂ, ਉਹ ਬੇਸਿਕ ਕੈਲਕੂਲੇਸ਼ਨ ਇਜ਼ ਸੇਮ, ਜੋ ਵੀ ਇੰਟਰਸਟ ਚੱਲ ਰਿਹਾ ਹੈਗਾ ਆ, ਜੋ ਵੀ ਇੰਸਟਾਲਮੈਂਟ ਜਾ ਰਹੀ ਆ, ਬਟ ਦਿਸ ਇਜ਼ CCA। ਇਹ ਜਿਹੜਾ ਅਮਾਉਂਟ ਹੈਗਾ ਆ ਉਹ ਇੱਕ ਤਰ੍ਹਾਂ ਨਾਲ ਡੈਪਰੀਸੀਏਸ਼ਨ ਹੈਗੀ ਆ। ਸੋ ਡੈਪਰੀਸੀਏਸ਼ਨ ਦਾ ਅਮਾਉਂਟ ਲਾਸਟ ਈਅਰ ਤੱਕ 55000 ਸੀਗਾ, ਔਰ ਇਸ ਸਾਲ ਤੋਂ ਜਿਹੜੇ ਵਹੀਕਲਸ 1 ਜਨਵਰੀ 2022 ਜਾਂ ਲੇਟਰ ਬਾਏ ਹੋਏ ਆ, ਚਾਹੇ ਉਹ ਯੂਜ਼ਡ ਆ ਚਾਹੇ ਉਹ ਨਵੇਂ ਆ, ਉਹਨਾਂ ਤੇ 59000 ਤੱਕ ਦਾ ਕਲੇਮ ਲੈ ਸਕਦੇ ਹੋ ਪਹਿਲੇ ਸਾਲ 'ਚ ਹੀ। ਸੋ ਪਹਿਲੇ ਸਾਲ 'ਚ ਹੀ ਤੁਸੀਂ ਜਿਹੜਾ ਆ ਆਪਣੇ ਟੈਕਸ ਰਿਟਰਨ ਦੇ ਵਿੱਚੋਂ 59000 ਇਟਸ ਅ ਬਿਗ ਚੰਕ ਆਫ ਮਨੀ ਬਿਲਕੁਲ ਰਿਡਿਊਸ ਕਰ ਸਕਦੇ ਹੈਗੇ। ਸੋ ਕਹਿਣ ਦਾ ਮਤਲਬ ਹੈ ਕਿ ਅਗਰ ਤੁਸੀਂ ਚੰਗਾ ਭਲਾ ਬਿਜ਼ਨਸ ਚਲਾ ਰਹੇ ਜੇ ਹਾਂਜੀ। ਔਰ ਵਾਤਾਵਰਣ ਨੂੰ ਵੀ ਤੁਸੀਂ ਸਮਝਦੇ ਜੇ, ਸੰਭਾਲ ਕਰਨੀ ਚਾਹੁੰਦੇ, ਤੇ ਅੱਛੀ ਗੱਲ ਆ। ਤੁਸੀਂ ਇੱਕ ਹਿਸਾਬ ਨਾਲ ਗੱਡੀ ਵੀ ਲੈ ਸਕਦੇ ਜੇ, ਦੂਜੇ ਪਾਸੇ ਤੁਹਾਨੂੰ ਗਵਰਨਮੈਂਟ ਜਿਹੜੀ ਆ ਟੈਕਸ ਸੇਵਿੰਗ ਦੇ ਵਿੱਚ ਹੈਲਪ ਵੀ ਕਰ ਰਹੀ ਆ। ਹਾਂਜੀ, ਤੇ ਇੱਕ ਐਡੀਸ਼ਨ ਹੋਰ ਹੈ ਕਿ ਜਿਹੜੇ ਵਹੀਕਲ ਲੀਜ਼ ਤੇ, ਜਿਹੜੇ ਬਿਜ਼ਨੈਸਸ ਲੀਜ਼ ਤੇ ਬਾਏ ਕਰਦੇ ਆ ਜੀ, ਉਹ ਪਹਿਲਾਂ ਉਹਦਾ ਅਮਾਉਂਟ 800 ਪਰ ਮੰਥ ਸੀਗਾ। ਅੱਛਾ ਜੀ। ਉਹ ਵੀ ਇਨਕਰੀਜ਼ ਕਰਕੇ ਗਵਰਨਮੈਂਟ ਨੇ ਉਹ 900 ਕਰ ਦਿੱਤਾ। ਕੀ ਬਾਤ ਹੈ। ਸੋ ਫਰੋਮ ਜਨਵਰੀ 1 2022। ਠੀਕ ਹੈ। ਸੋ ਇਸ ਸਾਲ ਤੋਂ ਜਿਹੜੇ ਵਹੀਕਲ ਲੀਜ਼ ਤੇ ਹੋਣਗੇ ਉਹਨਾਂ ਦਾ ਜਿਹੜਾ ਅਮਾਉਂਟ ਹੈ ਉਹ $900 ਤੱਕ ਅਸੀਂ ਕਲੇਮ ਕਰ ਸਕਦੇ ਹਾਂ ਪਰ ਮੰਥ। ਲਗਭਗ 10000 ਸਾਲ ਦਾ ਜਿਹੜਾ ਵਾ ਬਣ ਜਾਂਦਾ ਵਾ। ਉਹ ਵੀ ਇੱਕ ਵੱਡੀ ਰਾਹਤ ਆ ਬਿਜ਼ਨਸ ਦੇ ਵਿੱਚ। ਉਹ ਟੈਕਸ ਜਿਹੜਾ ਵਾ ਉਹ ਵੀ ਡਾਇਰੈਕਟ ਹੋ ਜਾਏਗਾ। ਤੇ ਮਮਤਾ ਜੀ, ਇਸ ਤੋਂ ਇਲਾਵਾ ਵੀ ਜਿਹੜੇ ਬਿਜ਼ਨਸ ਹੈਗੇ ਨੇ ਉਹਨਾਂ ਲਈ ਕੋਈ ਖਾਸ ਕ੍ਰੈਡਿਟ ਜਾਂ ਕੋਈ ਖਾਸ ਜਿਹੜੀ ਛੋਟ ਆ ਉਹ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਇਸ ਵਾਰੀ 'ਚ? ਹਾਂਜੀ ਮਨਜੀਤ ਜੀ, ਇੱਕ ਟੈਕਸ ਕ੍ਰੈਡਿਟ ਹੋਰ ਆਇਆ ਹੈ ਇਸ ਵਾਰੀ। ਸੋ ਜਿਨ੍ਹਾਂ ਬਿਜ਼ਨਸਿਸ ਨੇ ਆਪਣੀ 에ਅਰ ਕੁਆਲਿਟੀ ਇੰਪਰੂਵ ਕਰਨ ਲਈ ਕੋਈ ਵੈਂਟੀਲੇਸ਼ਨ ਸਿਸਟਮ ਜਾਂ ਕੋਈ 에ਅਰ ਫਿਲਟਰੇਸ਼ਨ 'ਚ ਕੋਈ ਚੇਂਜਸ ਕੀਤੀਆਂ, ਕੋਈ ਅਪਗ੍ਰੇਡਸ ਕੀਤੀਆਂ ਜੀ, ਉਹਨਾਂ ਦੀ ਕੋਸਟ ਦਾ 25% ਤੱਕ ਦਾ ਕ੍ਰੈਡਿਟ ਗਵਰਨਮੈਂਟ ਦੇ ਰਹੀ ਹੈ। ਠੀਕ ਹੈ। ਸੋ ਅਗੇਨ ਇਟਸ ਅ ਗ੍ਰੇਟ ਹੈਲਪ ਟੂ, ਕਿਉਂਕਿ ਮੈਨੂੰ ਲੱਗਦਾ ਕਿ ਗਵਰਨਮੈਂਟ ਹੁਣ ਬਿਜ਼ਨਸਮੈਨ ਦੀ ਸਿਹਤ ਦੀ ਵੀ ਧਿਆਨ ਰੱਖ ਰਹੀ ਹੈ। ਹਾਂ, ਕਿ ਬਿਜ਼ਨਸਮੈਨ ਦੇ ਥਰੂ ਵੀ ਇੱਕ ਪਾਸੇ ਉਹਨੂੰ ਆਪਾਂ ਕ੍ਰੈਡਿਟ ਦਿੰਦੇ ਆ ਵੀ ਉਹਨੂੰ ਇਨਕਰੇਜ ਕੀਤਾ ਜਾਵੇ ਭਾਈ ਵੀ ਤੁਸੀਂ ਕਲਾਈਮੇਟ ਦਾ, এনवायरमेंट ਦਾ ਖਿਆਲ ਰੱਖੋ, ਤੁਸੀਂ ਇਹੋ ਜਿਹੇ ਇਕਵਿਪਮੈਂਟ ਆਪਣੇ ਆਫਿਸ ਦੇ ਵਿੱਚ ਲਾਓ, ਇਨਫਰਾਸਟ੍ਰਕਚਰ ਡਿਵੈਲਪ ਕਰੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਜਿਹੜੀ ਇਲੈਕਟ੍ਰਿਸਿਟੀ ਕੰਜ਼ੰਪਸ਼ਨ ਆ ਜਾਂ ਗੈਸ ਕੰਜ਼ੰਪਸ਼ਨ ਆ ਉਹ ਘਟੇ। ਬਿਲਕੁਲ। ਔਰ ਇਹ ਜਿਹੜੀ ਆਈਸੀ ਇਹ ਹੈ ਡੇਟਸ ਦਿੱਤੀਆਂ ਉਹਨਾਂ ਨੇ ਸੈਪਟੈਂਬਰ 1 2021 ਤੋਂ ਲੈ ਕੇ ਜੀ ਸੋ ਡਿਸੰਬਰ 31 2022 ਤੱਕ ਜਿੰਨੇ ਵੀ ਇਹ ਰੈਨੋਵੇਸ਼ਨਸ ਅਪਗ੍ਰੇਡ ਹੋਣਗੇ ਜੀ ਉਹਦੇ ਤੇ ਇਹ ਟੈਕਸ ਕ੍ਰੈਡਿਟ ਮਿਲ ਜਾਏਗਾ। ਸੋ ਤੁਸੀਂ ਦੱਸਿਆ ਵੀ 25% ਤੱਕ ਜਿੰਨੀ ਵੀ ਕਾਸਟ ਤੁਸੀਂ ਉਹਦੇ ਉੱਪਰ ਖਰਚ ਕੀਤੀ ਆ 25% ਵਿਦ ਮੈਕਸਿਮਮ ਆਫ 10000 ਮੈਕਸਿਮਮ ਆਫ 10000 ਈਚ ਲੋਕੇਸ਼ਨ ਜੀ, ਬਟ ਮੈਕਸਿਮਮ ਅਪ ਟੂ 50000। ਠੀਕ ਹੈ ਜੀ। तो ਇਹ ਤਾਂ ਹੋ ਗਈਆਂ ਸਾਰੀਆਂ ਬਿਜ਼ਨਸ ਰਿਲੇਟਡ ਟੈਕਸ ਇਨਫੋਰਮੇਸ਼ਨ। ਹਾਂਜੀ, ਮੈਂ ਜਾਣਨਾ ਚਾਹਾਂਗਾ ਕਿ ਜਿਹੜੇ ਸਾਡੇ ਇੰਡੀਵਿਜੂਅਲਸ ਨੇ ਹਰ ਸਾਲ ਟੈਕਸ ਫਾਈਲ ਕਰਦੇ ਨੇ ਉਹਨਾਂ ਲਈ ਜਿਹੜਾ ਇੱਕ ਪਰਸਨਲ CRA ਦੇ ਉੱਪਰ ਅਕਾਊਂਟ ਬਣਾਉਣਾ ਹੁੰਦਾ ਕੈਨੇਡਾ ਰੈਵਨਿਊ ਏਜੰਸੀ ਦੀ ਵੈਬਸਾਈਟ ਤੇ ਜਾ ਕੇ, ਉਹ ਕਿੰਨਾ ਕੁ ਅਹਿਮ ਹੈ ਔਰ ਕੀ ਇਹ ਔਖਾ ਕੰਮ ਹੈ ਜਾਂ ਕੀ ਪ੍ਰੋਸੀਜਰ ਹੈ ਇਹਦਾ? ਇਟਸ ਵੈਰੀ ਰੈਲੇਵੈਂਟ ਕੁਐਸਚਨ ਜੀ। ਪਰ ਮੈਂ ਕਹੂੰਗੀ ਹਰ ਪਰਸਨ ਨੂੰ ਆਪਣਾ ਆਨਲਾਈਨ ਅਕਾਊਂਟ ਜ਼ਰੂਰ ਬਣਾਉਣਾ ਚਾਹੀਦਾ ਜੀ। ਉਹਦਾ ਰੀਜ਼ਨ ਹੈ ਕਿ ਤੁਸੀਂ ਇੱਕ ਤਾਂ ਅੱਜ ਕੱਲ ਫਰੋਡਸ ਬਹੁਤ ਹੋ ਰਹੇ ਆ, ਤੁਸੀਂ ਟਾਈਮਲੀ ਉਹਨੂੰ ਚੈੱਕ ਕਰ ਸਕਦੇ ਆ ਕਿ ਤੁਹਾਡੇ ਅਕਾਊਂਟ 'ਚ ਕੋਈ ਫਰੋਡ ਤਾਂ ਨਹੀਂ ਹੋ ਗਿਆ ਜੀ। ਤੁਸੀਂ ਆਪਣੀਆਂ T4s ਉੱਥੋਂ ਲੈ ਸਕਦੇ ਆ, ਟੈਕਸ ਅਸੈਸਮੈਂਟਸ ਲੈ ਸਕਦੇ ਆ। ਉਸ ਤੋਂ ਬਾਅਦ ਹੁਣ CRA ਪ੍ਰਮੋਟ ਕਰ ਰਹੀ ਆ ਵੈਸੇ ਵੀ ਕਿ ਜਿੰਨੇ ਵੀ ਤੁਸੀਂ ਬੈਨੀਫਿਟ ਅਪਲਾਈ ਕਰਨੇ ਹੈਗੇ ਆ, CRB ਜਾਂ ਵਟਐਵਰ ਕੋਵਿਡ ਰਿਲੇਟਡ ਬੈਨੀਫਿਟਸ ਆ, ਉਹ ਸਾਰੇ ਹੀ ਬੈਨੀਫਿਟਸ ਆਨਲਾਈਨ ਹੀ ਹੋ ਰਹੇ ਆ, ਲੌਗਇਨ ਤੋਂ ਹੋ ਰਹੇ ਆ। ਸੋ ਜਦ ਤੱਕ ਤੁਹਾਡਾ ਆਪਣਾ ਅਕਾਊਂਟ ਨਹੀਂ ਹੈਗਾ ਇਟ ਇਜ਼ ਹਾਰਡ ਟੂ ਅਪਲਾਈ, ਕਿਉਂਕਿ ਜੇ ਫੋਨ ਕਰੋਗੇ ਤਾਂ ਇਟਸ ਅ ਲੌਂਗ ਵੇਟ। ਬਿਲਕੁਲ 2-2 3-3 ਘੰਟੇ ਨਾਰਮਲ ਲੱਗ ਜਾਂਦੇ ਹੈਗੇ। ਸੋ ਜੇ ਪਰ ਤੁਸੀਂ ਆਨਲਾਈਨ ਅਕਾਊਂਟ ਤੋਂ ਕਰਦੇ ਆ ਇਟਸ ਅ 5 ਮਿੰਟ ਜੌਬ। ਬਿਲਕੁਲ। ਇਸ ਕਰਕੇ ਐਵਰੀਬਡੀ ਸ਼ੁੱਡ ਹੈਵ ਆਨਲਾਈਨ ਅਕਾਊਂਟ। ਤੁਹਾਡੇ ਜਿੰਨੀਆਂ ਕੋਈ ਬੈਲੈਂਸਿਸ ਹੈਗੇ ਆ ਜਾਂ ਕੋਈ ਪੇਮੈਂਟਸ ਪੈਂਡਿੰਗ ਆ, ਕੋਈ ਟੈਕਸ ਦੇਣਾ ਵਾ ਜਾਂ ਰਿਫੰਡ ਹੋਣਾ ਵਾ, ਉਹ ਸਾਰੀ ਇਨਫੋਰਮੇਸ਼ਨ ਉਹਦੇ 'ਚ ਹੈਗੀ ਆ। ਬਿਲਕੁਲ ਜੀ। RSP ਦਾ ਕੰਟਰੀਬਿਊਸ਼ਨ ਅਸੀਂ ਕਰਨੀ ਹੁੰਦੀ ਆ ਤਾਂ ਹਰ ਸਾਲ ਸਾਨੂੰ ਲਿਮਿਟ ਚਾਹੀਦੀ ਹੁੰਦੀ ਆ, ਉਹ ਅਮਾਉਂਟ ਅਸੀਂ ਉੱਥੋਂ ਦੇਖ ਸਕਦੇ ਆ। ਠੀਕ ਆ। ਸੋ ਟੈਕਨੀਕਲੀ ਇਹ ਅਕਾਊਂਟ ਹੋਣਾ ਬਹੁਤ ਜ਼ਰੂਰੀ ਹੈਗਾ ਆ। ਬਹੁਤ ਛੋਟੀਆਂ ਚੀਜ਼ਾਂ ਅਸੀਂ ਇਹ ਤੋਂ ਕਈ ਵਾਰ ਤੁਸੀਂ ਚਾਈਲਡ ਜਿਹੜਾ ਬੈਨੀਫਿਟ ਆ ਉਹ ਵੀ ਤੁਹਾਨੂੰ ਪਤਾ ਲੱਗਦਾ ਵੀ ਹਰ ਮਹੀਨੇ ਕਿੰਨਾ ਆਉਣਾ, ਕਿੰਨੀ ਤਰੀਕ ਨੂੰ ਆਉਣਾ ਵਾ। ਹਾਂਜੀ। ਸੋ
ਚਾਈਲਡ ਬੈਨੀਫਿਟ ਅਪਡੇਟਸ ਵੀ ਸਾਰੀਆਂ ਉੱਥੋਂ ਮਿਲ ਜਾਣੀ। ਅਲਬਰਟਾ ਬੈਨੀਫਿਟਸ ਜਿਹੜੇ ਹੁੰਦੇ ਆ ਚਾਈਲਡ ਰਿਲੇਟਡ, ਉਹ ਵੀ ਸਾਰਾ ਉਹ ਇਨਫੋਰਮੇਸ਼ਨ। ਜਾਂ ਕਈ ਵਾਰੀ ਕੀ ਹੁੰਦਾ ਵੀ ਤੁਹਾਨੂੰ ਨੋਟਿਸ ਆਫ ਅਸੈਸਮੈਂਟ ਚਾਹੀਦਾ ਹੁੰਦਾ 1 ਸਾਲ ਦਾ 2 ਸਾਲ ਦਾ, ਤੇ ਤੁਹਾਨੂੰ ਜ਼ਰੂਰੀ ਨਹੀਂ ਵੀ ਫਿਰ ਅਕਾਊਂਟੈਂਟ ਨੂੰ ਫੋਨ ਕਰੋ। ਇਸ ਤਰ੍ਹਾਂ ਹੀ ਹੁੰਦਾ। ਮੈਨੂੰ ਬਹੁਤ ਕਈ ਵਾਰੀ ਕਾਲਸ ਆਉਂਦੀਆਂ ਆ ਜੀ ਜੀ, ਪਰ ਉਹ ਤੁਸੀਂ ਆਪਣਾ ਘਰ ਬੈਠ ਕੇ ਵੀ ਲੈ ਸਕਦੇ। ਬਿਲਕੁਲ, ਉੱਥੋਂ ਤੁਸੀਂ ਡਾਊਨਲੋਡ ਕਰੋ ਤੇ ਦਾ ਪ੍ਰਿੰਟ ਲੈ ਲਓ। ਇਟਸ ਵੈਰੀ ਈਜ਼ੀ ਆ। ਸੋ ਬਿਲਕੁਲ ਜੀ, ਇਟਸ ਨਾਟ ਡਿਫਿਕਲਟ, ਇਟਸ ਵੈਰੀ ਈਜ਼ੀ। ਸੋ ਐਵਰੀਬਾਡੀ ਸ਼ੁੱਡ ਹੈਵ। ਬਿਲਕੁਲ ਜੀ, ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ ਅਗਰ ਤੁਸੀਂ CRA ਦੇ ਨਾਲ ਅਜੇ ਤੱਕ ਆਪਣਾ ਅਕਾਊਂਟ ਨਹੀਂ ਬਣਾਇਆ ਤੇ ਜ਼ਰੂਰ ਬਣਾ ਲਓ ਜੀ। ਲੌਗਇਨ ਕਰਨ ਦੇ ਨਾਲ ਮੈਨੂੰ ਲੱਗਦਾ ਵੀ ਟੈਕਸ ਰਿਲੇਟਡ ਅੱਧੀਆਂ ਸਮੱਸਿਆਵਾਂ ਜਿਹੜੀਆਂ ਨੇ ਸਾਡੀਆਂ ਹੱਲ ਹੋ ਜਾਂਦੀਆਂ ਨੇ, ਤੇ ਅੱਧੀਆਂ ਜਿਹੜੀਆਂ ਨੇ ਉਹਨਾਂ ਦੇ ਹੱਲ ਦੇ ਲਈ ਫਿਰ ਮਮਤਾ ਜੀ ਹੈਗੇ ਨੇ। ਬਿਲਕੁਲ ਹੈਗੇ ਆ। ਸੋ ਮਮਤਾ ਜੀ, ਹਾਂਜੀ ਹਾਂਜੀ, ਜਦੋਂ ਵੀ ਕੋਈ ਇਮੀਗ੍ਰੇਸ਼ਨ ਦੀ ਫਾਈਲ ਲੱਗਣੀ ਹੈ, ਕੋਈ ਬੈਂਕਿੰਗ ਹੈ ਜਾਂ ਕੁਝ ਵੀ ਹੈ, ਤਾਂ ਨੋਟਿਸ ਆਫ ਅਸੈਸਮੈਂਟ ਜਾਂ T4 ਚਾਹੀਦੀਆਂ। ਘਰ ਲੈਣਾ, ਬਿਜ਼ਨਸ ਲੈਣਾ, ਹਰੇਕ ਲੈਵਲ ਤੇ ਚਾਹੀਦੀ ਹੈ। ਅੱਜ ਕੱਲ ਹਰ ਚੀਜ਼ ਆਨਲਾਈਨ ਹੋ ਗਈ ਹੈ ਜੀ। ਸੋ ਪੇਪਰ ਸੰਭਾਲਣ ਦਾ ਟਾਈਮ ਵੀ ਹੈ ਨਹੀਂ ਕਿਸੇ ਕੋਲ। ਸੋ ਇਟਸ ਬੈਟਰ ਜੇ ਆਨਲਾਈਨ ਅਕਾਊਂਟ ਹੈਗਾ ਤਾਂ ਤੁਹਾਡਾ ਸਾਰਾ ਕੁਝ ਇੱਕ ਅੰਡਰ ਵਨ। ਸੋ ਅਸੀਂ ਵੀ ਪ੍ਰਮੋਟ ਕਰਦੇ ਨੇ ਜੀ ਕਿ এনवायरमेंट ਦੀ ਜਿਹੜੀ ਆ ਉਹ ਸੇਫਟੀ ਰੱਖੀ ਜਾਵੇ, ਪ੍ਰੋਟੈਕਸ਼ਨ ਕੀਤੀ ਜਾਵੇ, ਪੇਪਰਲੈਸ ਜਿਹੜੀ ਸੋਸਾਇਟੀ ਆ ਉਹਦੇ ਵੱਲ ਮੂਵ ਕਰੀਏ। ਤੇ ਮਮਤਾ ਜੀ, ਮੈਂ ਚਾਹਾਂਗਾ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਤੁਸੀਂ ਐਡਰੈਸ ਤੇ ਫੋਨ ਨੰਬਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਹੋਰ ਵੀ ਕੁਝ ਅਹਿਮ ਜਾਣਕਾਰੀਆਂ ਨੇ ਉਹ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਕਰਦੇ ਹਾਂ ਸ਼ੇਅਰ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਥੈਂਕ ਯੂ ਕਹਿਣਾ, ਕਿਉਂਕਿ ਪਿਛਲੀ ਵੀਡੀਓਜ਼ 'ਚ ਬਹੁਤ ਪਿਆਰ ਮਿਲਿਆ, ਬਹੁਤ ਅੱਛਾ ਰਿਸਪੌਂਸ ਰਿਹਾ। ਇਸ ਕਰਕੇ ਫਿਰ ਮੈਨੂੰ ਹੱਲਾਸ਼ੇਰੀ ਮਿਲ ਗਈ ਫਿਰ ਦੁਬਾਰਾ ਆਉਣ ਦੀ। ਮੈਂ ਆਪਣੀ ਕਾਰਪੋਰੇਸ਼ਨ ਦਾ ਨਾਮ ਚੇਂਜ ਕਰਕੇ ਅਕਾਊਂਟਿੰਗ ਐਂਡ ਟੈਕਸ ਐਵਨਿਊ ਰੱਖ ਲਿਆ। ਫੋਨ ਨੰਬਰ ਸੇਮ ਹੈਗਾ 7804620919। ਈਮੇਲ ਐਡਰੈਸ ਥੋੜੀ ਜਿਹੀ ਚੇਂਜ ਹੋ ਗਈ ਹੈ ਕਿਉਂਕਿ ਵੈਬਸਾਈਟ ਚੇਂਜ ਹੋ ਗਈ ਹੈ। ਸੋ ਵੈਬਸਾਈਟ acctaxapp.com ਤੇ ਈਮੇਲ ਐਡਰੈਸ mamta@acctaxapp.com ਤੇ ਤੁਸੀਂ ਮੈਨੂੰ ਕਦੀ ਵੀ ਈਮੇਲ ਕਰ ਸਕਦੇ ਜੀ। ਬਿਲਕੁਲ ਜੀ, ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀਆਂ ਕਾਰਪੋਰੇਟ ਅਕਾਊਂਟਸ ਨਾਲ ਰਿਲੇਟਡ, ਪਰਸਨਲ ਟੈਕਸ ਰਿਟਰਨਲ ਜਾਂ ਕੰਸਲਟੇਸ਼ਨ ਚਾਹੀਦੀ ਹੋਵੇ ਟੈਕਸ ਨਾਲ ਰਿਲੇਟਡ, ਤੇ ਤੁਸੀਂ ਮਮਤਾ ਜੀ ਨੂੰ ਸੰਪਰਕ ਕਰ ਸਕਦੇ ਜੇ। ਮਮਤਾ ਜੀ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਟੈਕਸ ਨਾਲ ਰਿਲੇਟਡ ਕੁਝ ਹੋਰ ਅਹਿਮ ਜਾਣਕਾਰੀਆਂ ਉੱਪਰ ਵੀ ਗੱਲ ਕਰਾਂਗੇ। ਸਮਾਂ ਬ੍ਰੇਕ ਦਾ ਹੋ ਚੁੱਕਿਆ ਹੈ ਔਰ ਤੁਸੀਂ ਕਿਤੇ ਨਾ ਜਾਣਾ ਜੀ। ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ, ਜਲਦ ਹਾਜ਼ਰ ਹੋਣੇ ਆ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਜੀ ਮਮਤਾ ਤ੍ਰਿਹਨ ਜੀ ਨਾਲ, ਜਿਹੜੇ ਕਿ ਅਕਾਊਂਟਿੰਗ ਐਂਡ ਟੈਕਸ ਐਵਨਿਊ ਤੋਂ ਆਏ ਹੋਏ ਨੇ, ਸਾਡੇ ਨਾਲ ਡਾਇਰੈਕਟਰ ਨੇ ਉੱਥੋਂ ਦੇ। ਮਮਤਾ ਜੀ, ਅਸੀਂ ਪਿਛਲੇ ਹਾਫ ਦੇ ਵਿੱਚ ਗੱਲਬਾਤ ਕੀਤੀ ਆ ਬਿਜ਼ਨਸ ਟੈਕਸ ਰਿਲੇਟਡ ਜਿਹੜੀ ਇਨਫੋਰਮੇਸ਼ਨ ਆ। ਹੁਣ ਮੈਂ ਚਾਹੁੰਦਾ ਵੀ ਆਪਾਂ ਗੱਲ ਕਰੀਏ ਜਿਹੜੇ ਇੰਡੀਵਿਜੂਅਲਸ ਨੇ ਉਹਨਾਂ ਦੀਆਂ ਜਿਹੜੀਆਂ ਟੈਕਸ ਰਿਲੇਟਡ ਸਮੱਸਿਆਵਾਂ ਨੇ ਉਹਨਾਂ ਦਾ ਕੀ ਹੱਲ ਹੋ ਸਕਦਾ ਵਾ, ਜਾਂ ਇਸ ਵਾਰੀ CRA ਨੇ ਕਿਹੜੀ ਨਵੀਆਂ ਅਪਡੇਟਸ ਦਿੱਤੀਆਂ ਨੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਜਿਹੜੀਆਂ ਡੈਡਲਾਈਨਸ ਨੇ ਉਹ ਦੱਸਿਓ ਕਿ ਕਦੋਂ ਜਿਹੜਾ ਵਾ ਟੈਕਸ ਰਿਟਰਨ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਰਿਹਾ ਵਾ, ਤੇ ਕਦੋਂ ਤੱਕ ਟੈਕਸ ਰਿਟਰਨਸ ਫਾਈਲ ਕੀਤੀਆਂ ਜਾ ਸਕਦੀਆਂ ਜਾਂ ਟੈਕਸ ਜਿਹੜੀ ਅਮਾਊਂਟ ਆ ਉਹ ਭਰੀ ਜਾ ਸਕਦੀ ਹੈ। ਹਾਂਜੀ ਮਨਜੀਤ ਜੀ, ਸੋ ਫਰਵਰੀ 21 ਆਈ ਹੈਗੀ ਇਸ ਵਾਰੀ ਜੀ। 21 ਤੋਂ ਇਲੈਕਟ੍ਰੋਨਿਕ ਸਬਮਿਸ਼ਨ ਸਟਾਰਟ ਹੋ ਰਹੀ ਹੈ। ਸੋ ਫਰਵਰੀ ਪਹਿਲੀ ਤੋਂ ਤੁਸੀਂ ਬਿਜ਼ੀ ਹੋਣ ਜਾ ਰਹੇ ਜੀ। 21 ਜੀ, ਠੀਕ ਹੈ ਜੀ। ਤੇ ਡੈਡਲਾਈਨ ਫਿਕਸ ਹੀ ਹੈਗੀ ਆ CRA ਦੀ, ਅਨਲੈਸ ਕਿ ਕੋਈ ਕੋਵਿਡ ਦੀਆਂ ਸਰਕਮਸਟੈਂਸਸ ਨਾ ਹੋਣ। ਸੋ 30 ਅਪ੍ਰੈਲ 2022 ਵਿਲ ਬੀ ਦਾ ਡੈਡਲਾਈਨ ਇਸ ਸਾਲ ਦੀ ਜੀ। ਪਰਸਨਲ ਟੈਕਸਸ ਦੇ ਲਈ ਸੈਲਫ ਇੰਪਲੋਇਮੈਂਟ 15 ਜੂਨ ਤੱਕ ਕਰ ਸਕਦੇ ਆ, ਪਰ ਟੈਕਸ ਦੀ ਪੇਮੈਂਟ ਉਹਨਾਂ ਨੂੰ 30 ਅਪ੍ਰੈਲ ਤੱਕ ਹੀ ਕਰਨੀ ਹੁੰਦੀ ਹੈ। ਸੋ ਕਹਿਣ ਦਾ ਮਤਲਬ ਆ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਨੇ ਕਿ ਭਾਈ ਕਿਹੜੇ ਤਰੀਕੇ ਵਰਤੇ ਜਾ ਸਕਦੇ ਨੇ ਕਿ ਆਪਣੀ ਆਮਦਨ ਜਿਹੜੀ ਆ ਉਹ ਵੀ ਬਰਕਰਾਰ ਰੱਖੀ ਜਾਵੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਟੈਕਸ ਜਿਹੜਾ ਵਾ ਉਹ ਘੱਟ ਪੇ ਕੀਤਾ ਜਾਵੇ, ਕਿਉਂਕਿ ਹਰ ਬੰਦਾ ਚਾਹੁੰਦਾ ਭਾਈ ਕਿਤੋਂ ਟੈਕਸ ਸੇਵ ਕਰ ਲਿਆ ਜਾਵੇ। ਔਰ ਇਸੇ ਪਰਪਸ ਲਈ ਮੈਨੂੰ ਲੱਗਦਾ ਵੀ ਜਿਹੜੇ ਤੁਹਾਡੇ ਵਰਗੇ ਟੈਕਸ ਜਿਹੜੇ ਐਕਸਪਰਟਸ ਨੇ ਹੁੰਦੇ ਨੇ, ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਨਾ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀਗੇ ਡੋਨਲਡ ਟਰੰਪ ਹੋਣੀ, ਉਹਨਾਂ ਨੇ ਟੈਕਸ ਬੜੇ ਕੁਝ ਕੁ ਡਾਲਰ ਭਰਿਆ ਸੀਗਾ ਤੇ ਉਹ ਕਹਿੰਦੇ ਸੀ ਵੀ ਮੈਂ ਸਮਾਰਟ ਆ ਭਾਈ, ਰਾਈਟ, ਮੈਨੂੰ ਪਤਾ ਵਾ ਵੀ ਕਿਵੇਂ ਟੈਕਸ ਬਚਾਉਣਾ, ਸਮਾਰਟ ਹੋਣਾ ਹੀ ਪੈਣਾ ਹੈ। ਸੋ ਆਈ ਬਿਲੀਵ ਇਹੀ ਇੱਕ ਖਾਸੀਅਤ ਆ, ਇੱਕ ਜਿਹੜਾ ਚੰਗਾ ਤੁਹਾਡਾ ਟੈਕਸ ਐਡਵਾਈਜ਼ਰ ਹੋਵੇ, ਕੰਸਲਟੈਂਟ ਹੋਵੇ ਤੇ ਤੁਹਾਡੇ ਬਿਜ਼ਨਸ ਦੇ ਲਈ ਔਰ ਤੁਹਾਡੇ ਲਈ ਟੈਕਸ ਸੇਵਿੰਗ ਕਰ ਸਕਦਾ। ਸੋ ਇਹਦੇ ਵਾਸਤੇ ਮੈਂ ਇੱਕ ਈਜ਼ੀ ਕੰਮ ਕੀਤਾ ਹੋਇਆ ਕਿ ਦਰਸ਼ਕ ਮੇਰੀ ਵੈਬਸਾਈਟ ਤੇ ਜਾ ਕੇ ਮੈਂ ਇੱਕ ਬ੍ਰੋਸ਼ਰ ਅਪਲੋਡ ਕੀਤਾ ਹੋਇਆ ਉੱਥੇ। ਠੀਕ ਹੈ ਜੀ। ਸੋ ਉਹ ਬ੍ਰੋਸ਼ਰ ਹੈਗਾ ਅਪ ਟੂ ਡੇਟ ਟੈਕਸ ਡਿਡਕਸ਼ਨਸ ਐਂਡ ਲਾਈਕ ਐਕਸਪੈਂਸਸ, ਤੁਸੀਂ ਜੋ ਵੀ ਕਲੇਮ ਕਰ ਸਕਦੇ ਹੋ। ਠੀਕ ਹੈ। ਸੋ ਬੇਸਿਕਲੀ ਹੁੰਦਾ ਕੀ ਆ ਕਿ ਅਸੀਂ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਇਹ ਚੀਜ਼ ਕਲੇਮ ਕਰ ਸਕਦੇ ਹਾਂ।
ਫੋਰ ਐਗਜ਼ਾਮਪਲ ਹੁਣ ਡੋਨੇਸ਼ਨਸ ਦਿੰਦੇ ਆ, ਅਸੀਂ ਕਹਿੰਦੇ ਚਲੋ ਕੋਈ ਨਹੀਂ, ਰਸੀਟ ਜਿਹੜੀ ਇੱਧਰ ਉੱਧਰ ਰੱਖੀ ਗਈ ਆ। ਬਿਲਕੁਲ। ਜੇ ਤੁਸੀਂ ਪਿਛਲੇ ਸਾਲ ਦੀ ਈਵਨ ਲਾਸਟ 5 ਇਅਰਸ ਤੱਕ ਦੀਆਂ ਡੋਨੇਸ਼ਨਸ ਤੁਸੀਂ 1 ਸਾਲ 'ਚ ਵੀ ਕਲੇਮ ਕਰ ਸਕਦੇ ਹੋ। ਅੱਛਾ ਜੀ। ਠੀਕ ਹੈ। ਔਰ ਤੁਸੀਂ, ਮੈਂ ਇਹੀ ਕਹੂੰ ਕਿ ਉਹ ਬਰੋਸ਼ਰ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰੋ, ਆਪਣੇ ਡਾਕੂਮੈਂਟਸ ਇਕੱਠੇ ਕਰੋ, ਡਾਕੂਮੈਂਟਸ ਇਕੱਠੇ ਕਰਕੇ ਫਿਰ ਅਕਾਊਂਟੈਂਟ ਕੋ ਜਾਓ। ਫਿਰ ਤੁਸੀਂ ਆਪਣੀ ਵੈਬਸਾਈਟ ਦੱਸ ਦਿਓ ਜੀ। ਹਾਂਜੀ, ਮੇਰੀ ਵੈਬਸਾਈਟ ਹੈ acctaxev.com। ਸੋ ਉਹਦੇ ਵਿੱਚ ਬਰੋਸ਼ਰ ਮੈਂ ਅਪਲੋਡ ਕੀਤਾ ਹੋਇਆ। ਸੋ ਜੇ ਹੁਣ ਹੋਪਫੁਲੀ ਮੈਂ ਇਸ ਵੀਕ ਦੇ ਵਿੱਚ ਜਾਂ ਨੈਕਸਟ ਵੀਕ 'ਚ ਜਿਹੜਾ ਲੇਟੈਸਟ ਅਪਲੋਡ ਕਰ ਦੂੰ, ਪਰ ਫਿਲਹਾਲ ਮੈਂ ਪੁਰਾਣੇ ਸਾਲ ਦਾ ਹੀ ਉਹਦੇ 'ਚ ਰੱਖਿਆ ਹੋਇਆ। ਪਰ ਇਸ ਸਾਲ ਕੋਈ ਜ਼ਿਆਦਾ ਮੇਜਰ ਚੇਂਜਸ ਨਹੀਂ ਆਈਆਂ। ਅਮਾਊਂਟਸ ਜ਼ਰੂਰ ਚੇਂਜ ਹੋਏ ਆ, ਪਰਸਨਲ ਟੈਕਸ ਕ੍ਰੈਡਿਟਸ ਔਰ ਆਪਣੇ ਟੈਕਸੇਬਲ ਇਨਕਮ ਦੇ, ਬਟ ਮੇਜਰ ਡਿਡਕਸ਼ਨਸ ਔਰ ਕ੍ਰੈਡਿਟਸ ਆਰ ਸੇਮ। ਠੀਕ ਹੈ ਜੀ। ਹੁਣ ਤਾਂ ਆਪਣੀ ਗੱਲਬਾਤ ਹੋ ਚੁੱਕੀ ਹੈ ਜੀ ਕਿ ਜਿਹੜੀਆਂ ਟੈਕਸ ਰਿਲੇਟਡ ਡੈਡਲਾਈਨਸ ਨੇ ਉਹ ਕਿਹੜੀਆਂ-ਕਿਹੜੀਆਂ ਨੇ। ਹਾਂਜੀ। ਔਰ ਸਾਡੇ ਜਿੰਨੇ ਵੀ ਦਰਸ਼ਕ ਨੇ, ਕੈਨੇਡੀਅਨਸ ਨੇ, ਹਰੇਕ ਦੀ ਜਿਹੜੀ ਇਨਕਮ ਆ ਇੰਡੀਵਿਜੂਅਲ ਡਿਫਰੈਂਟ ਹੁੰਦੀ ਆ। ਹਾਂਜੀ। ਤੇ ਡਿਫਰੈਂਟ ਜਿਹੜੇ ਟੈਕਸ ਬ੍ਰੈਕਟਸ ਉਹਨਾਂ ਵਿੱਚ ਉਹ ਆਉਂਦੇ ਨੇ। ਸੋ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਿਓ ਵੀ ਕਿਹੜੇ-ਕਿਹੜੇ ਟੈਕਸ ਬ੍ਰੈਕਟ ਨੇ ਔਰ ਕਿੰਨਾ ਕੁ ਟੈਕਸ ਜਿਹੜਾ ਵਾ ਹਰੇਕ ਟੈਕਸ ਬ੍ਰੈਕਟ ਦੇ ਉੱਪਰ ਲੱਗਦਾ। ਹਾਂਜੀ, ਇਹ ਵੈਸੇ ਪਤਾ ਵੀ ਹੋਣਾ ਚਾਹੀਦਾ ਆ ਸਾਰਿਆਂ ਨੂੰ ਕਿ ਟੈਕਸੇਸ਼ਨ ਸਿਸਟਮ ਕਿੱਦਾਂ ਵਰਕ ਹੋ ਰਿਹਾ। ਡੈਫੀਨਿਟਲੀ। ਸੋ ਫਸਟ 13,800 ਤੱਕ ਆਲਮੋਸਟ ਜ਼ੀਰੋ ਟੈਕਸ। ਅੱਛਾ ਜੀ। $13,800 ਤੱਕ ਕੋਈ ਟੈਕਸ ਨਹੀਂ ਹੈਗਾ ਜੀ। ਸੋ ਉਸ ਤੋਂ ਬਾਅਦ 49,020 ਦੀ ਬ੍ਰੈਕਟ ਹੈ ਇਸ ਵਾਰ, ਜਿਹੜੀ ਪਹਿਲੀ ਬ੍ਰੈਕਟ ਹੈ, ਜਿਹਦੇ ਵਿੱਚ ਫੈਡਰਲ ਰੇਟ 15% ਦਾ ਹੈਗਾ ਆ। ਠੀਕ ਹੈ ਜੀ। ਅਲਬਰਟਾ ਦੀ ਬ੍ਰੈਕਟ ਆਲਮੋਸਟ 131 ਤੱਕ 131 ਲਾਈਕ 131,000 ਤੱਕ ਐਵਰੇਜ 10% ਟੈਕਸ ਹੈਗਾ। ਪਰ ਪ੍ਰੋਵਿੰਸਸ ਦੇ ਟੈਕਸ ਰੇਟ ਡਿਫਰੈਂਟ ਹੁੰਦੇ ਹੈਗੇ ਆ। 49 ਤੋਂ ਬਾਅਦ ਅਗਲੀ ਬ੍ਰੈਕਟ 98,040 ਦੀ ਹੈ, ਜਿਹਦੇ ਤੇ 30.5 ਹੋਏਗਾ ਜੀ। ਸੋ 49 to 98 ਤੱਕ 30.5 ਹੋਏਗਾ, ਅਪ ਟੂ 49 ਇਜ਼ 15%। ਠੀਕ ਹੈ ਜੀ। ਠੀਕ ਹੈ। ਸੋ ਨੈਕਸਟ ਹੈ 151,978 26% ਹੈ ਉਹਦੇ ਤੇ ਜੀ। ਆਈ ਐਮ ਨੋਟ ਐਡਿੰਗ ਅਗੇਨ ਅਲਬਰਟਾ ਦਾ ਟੈਕਸ। ਅਲਬਰਟਾ ਦਾ ਟੈਕਸ 10, 12, 13, 14 ਡਿਪੈਂਡਸ ਕਿ ਕਿੰਨਾ। ਬਿਲਕੁਲ, ਉਹ ਐਡੀਸ਼ਨ ਹੈਗੀ। ਬਿਲਕੁਲ। ਤੇ ਨੈਕਸਟ ਲੈਵਲ ਹੈ 216,511, ਉਹਦੇ ਤੇ ਜਿਹੜਾ ਹੈ 29% ਟੈਕਸ। ਸੋ ਲਗਭਗ 15% ਤੋਂ ਲੈ ਕੇ ਤੇ 33% ਤੱਕ ਵੱਖ-ਵੱਖ ਜਿਹੜੀਆਂ ਸਲੈਬਸ ਜਿਹੜੀਆਂ ਨੇ ਉਹ ਹੈਗੀਆਂ ਨੇ। ਹੁਣ ਡਿਪੈਂਡ ਕਰਦਾ ਵੀ ਤੁਹਾਡੀ ਆਮਦਨ ਕਿੰਨੀ ਕਾ, ਉਸ ਹਿਸਾਬ ਨਾਲ ਜਿਹੜਾ ਵਾ ਤੁਹਾਡੇ ਉੱਪਰ ਫੈਡਰਲ ਟੈਕਸ ਜਿਹੜਾ ਵਾ ਲਾਗੂ ਹੁੰਦਾ ਲੱਗੇਗਾ। ਬਿਲਕੁਲ। ਤੇ ਮਮਤਾ ਜੀ, ਮੈਂ ਨਾ ਇੱਕ ਖਬਰ ਪੜ੍ਹ ਰਿਹਾ ਸੀਗਾ ਸਰਬ ਨੂੰ ਲੈ ਕੇ। ਹਾਂਜੀ। ਤੁਸੀਂ ਜਾਣਦੇ ਹੋਣੇ ਵੀ ਜਦੋਂ ਕੋਵਿਡ ਸ਼ੁਰੂ ਹੋਇਆ, ਤਕਰੀਬਨ ਵੱਖ-ਵੱਖ ਤਰੀਕਿਆਂ ਦੇ ਨਾਲ ਕੈਨੇਡੀਅਨਸ ਨੂੰ ਗਵਰਨਮੈਂਟ ਨੇ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਸੀ। ਬਿਲਕੁਲ। ਤੇ ਸਰਬ ਸੀਗਾ ਕੈਨੇਡਾ ਐਮਰਜੈਂਸੀ ਜਿਹੜਾ ਰਿਲੀਫ ਸੀਗਾ। ਹਾਂਜੀ, ਉਹ ਅਕਤੂਬਰ ਐਂਡ ਦੇ 2020 ਐਂਡ ਤੱਕ ਚੱਲਿਆ ਉਹ। ਬਿਲਕੁਲ। ਸੋ ਉਦੋਂ ਉਸ ਤੋਂ ਬਾਅਦ ਫਿਰ ਉਹ ਲਗਭਗ 2,000 ਹਰੇਕ ਬੰਦੇ ਨੂੰ ਉਹਦੇ ਵਿੱਚ ਮਿਲਦਾ ਸੀਗਾ। ਤੇ ਇੱਕ ਨਾ ਕੋਈ ਖਬਰ ਅੱਜ ਕੱਲ ਟੈਕਸ ਇੰਡਸਟਰੀ ਵਿੱਚ ਚੱਲ ਰਹੀ ਆ 38,000 ਕੋਈ ਇਨਕਮ ਨਾਲ ਰਿਲੇਟਡ ਕਰਕੇ, ਉਹ ਦਰਸ਼ਕਾਂ ਨੂੰ ਕਲੀਅਰ ਕਰਿਓ ਵੀ ਐਗਜ਼ੈਕਟਲੀ ਹੈ ਕੀ ਆ ਔਰ ਵਰਕ ਕਿਵੇਂ ਕਰੇਗੀ ਉਹ। ਹਾਂਜੀ ਮਨਜੀਤ ਜੀ। ਸੋ ਮੈਨੂੰ ਲੱਗਦਾ ਵੀ ਇਹ ਵਾਲੀ ਇਨਫੋਰਮੇਸ਼ਨ ਤੁਹਾਨੂੰ ਸਾਰਿਆਂ ਨੂੰ ਬਹੁਤ ਕੰਮ ਆਊਗੀ ਜੀ। ਰੀਜ਼ਨ ਇਹ ਹੈ ਕਿ ਅਸੀਂ ਅਵੇਅਰ ਨਹੀਂ ਹੁੰਦੇ ਕਈ ਚੀਜ਼ਾਂ ਤੋਂ, ਪਰ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਹੈ ਤਾਂ ਉਹ ਟੈਕਸਸ ਬਹੁਤ ਬਣ ਜਾਂਦੇ ਹੈਗੇ ਆ। ਬਿਕੋਜ਼ ਇਹ ਕੀ ਕੰਸਰਨ ਹੈ, 38,000 ਤੋਂ ਉੱਪਰ ਜੇ ਨੈਟ ਇਨਕਮ ਬਣਦੀ ਹੈ, ਜਿਨ੍ਹਾਂ ਨੇ CERB ਲਈ ਹੋਈ ਹੈ, ਉਹਨਾਂ ਨੂੰ $1 ਦੇ ਵਿੱਚੋਂ 50 ਸੈਂਟ ਵਾਪਸ ਮੋੜਨੇ ਪੈ ਸਕਦੇ ਆ। ਲਗਭਗ 50%। ਠੀਕ ਹੈ। ਸੋ ਸਪੋਜ਼ ਜੇ ਉਹਨਾਂ ਦੀ ਇਨਕਮ 38,000 ਤੋਂ ਉੱਪਰ 10,000 ਉੱਪਰ ਹੋ ਗਈ ਜੀ, ਤੇ ਉਹਨਾਂ ਨੂੰ $5,000 ਵੀ ਵਾਪਸ ਕਰਨਾ ਪੈ ਸਕਦਾ। ਸੋ $5,000 ਦਾ ਟੈਕਸ ਦੇਣਾ ਥੋੜਾ ਜਿਹਾ ਮੁਸ਼ਕਿਲ ਤਾਂ ਹੈ ਹੀ ਹੈ। ਡੈਫੀਨਿਟਲੀ। ਸੋ ਮੈਂ ਤੁਹਾਨੂੰ ਇੱਕ ਛੋਟੀ ਸਿੰਪਲ ਐਗਜ਼ਾਮਪਲ ਦਊਂ ਇਹਦੇ ਵਿੱਚ ਜੀ। ਸੋ ਇਹਦੇ ਵਿੱਚ ਕੀ ਹੈਗਾ ਕਿ ਮੰਨ ਲਓ ਤੁਸੀਂ T4 ਹੈ ਤੁਹਾਡੀ 50,000 ਦੀ, ਠੀਕ ਹੈ, ਔਰ 15 ਜਾਂ 20,000 ਦੇ ਤੁਸੀਂ CERB ਲਈ ਹੈ, ਬੈਨੀਫਿਟ ਲਈ ਹੈ। ਸੋ ਆਪਾਂ ਅਮਾਊਂਟ ਕੀਤੀ ਹੈ 50 ਪਲੱਸ 20 ਲੈ ਲਓ, ਚਲੋ ਜੀ ਸਟ੍ਰੇਟ ਫਿਗਰ 70,000। ਸੋ ਆਪਣੀ ਇਨਕਮ ਟੋਟਲ ਬਣ ਗਈ 70,000 ਜੀ। ਸੋ ਹੁਣ ਨੈਟ ਇਨਕਮ ਤੇ ਆ ਰਹੇ ਹਾਂ ਅਸੀਂ, ਠੀਕ ਹੈ ਜੀ, ਕਿਉਂਕਿ ਜਿਹੜਾ CERB ਔਰ ਨੈਟ ਇਨਕਮ ਤੇ ਕੈਲਕੂਲੇਟ ਹੋਣਾ ਹੈ। ਨੈਟ ਇਨਕਮ ਦੇ ਵਿੱਚੋਂ देयर आर सर्टन लिस्ट ऑफ एक्सपेंसेस ਜੀ। ਸੋ ਟੋਟਲ ਦੇ ਵਿੱਚੋਂ ਉਹ सर्टन एक्सपेंसेस ਮਾਈਨਸ ਹੋਣ ਤੋਂ ਬਾਅਦ ਉਹ ਨੈਟ ਇਨਕਮ ਆ ਜਾਏਗੀ ਜੀ। ਆਪਾਂ ਉਸ ਪਾਰਟ ਤੇ ਵੀ ਆਨੇ ਵਾਪਸ ਕਿ ਉਹ ਕਿਹੜੇ ਐਕਸਪੈਂਸ ਹੈਗੇ, ਪਰ ਮੈਂ ਪਹਿਲਾਂ ਜਸਟ ਸਟ੍ਰੇਟ ਫੋਰਵਰਡ ਵੀ ਡਿਸਕਸ ਦੈਟ।
ਸੋ 70000 ਦੇ ਵਿੱਚੋਂ 20000 ਅਸੀਂ ਮਾਈਨਸ ਕਰਤਾ ਜਿਹੜਾ CERB ਲਈ ਸੀ। ਠੀਕ ਹੈ। T4 ਹੈਗੀ ਆਪਣੀ ਫਿਰ 50000 ਦੀ। 50000 ਦੇ ਵਿੱਚੋਂ ਉਹ 38000 ਮਾਈਨਸ ਕਰਨਾ ਹੈ ਤੁਸੀਂ। ਠੀਕ ਹੈ। 38000 50 ਮਾਈਨਸ 38000 12 ਉਹ 12000 ਚੋਂ $6000 ਤੁਹਾਨੂੰ CRA ਨੂੰ ਵਾਪਸ ਦੇਣਾ ਪੈ ਸਕਦਾ। ਠੀਕ ਹੈ ਜੀ। ਠੀਕ ਹੈ। ਸੋ ਉਹ ਸੋਸ਼ਲ ਬੈਨੀਫਿਟਸ ਰੀਪੇਮੈਂਟ ਹੋਏਗੀ ਇੱਕ ਤਰ੍ਹਾਂ ਨਾਲ ਕਿ ਕਿਉਂਕਿ ਤੁਸੀਂ ਇੱਕ ਸਰਟਨ ਲੈਵਲ ਅਚੀਵ ਕਰ ਲਿਆ ਇਨਕਮ ਦਾ, ਇਸ ਕਰਕੇ CRA ਨੇ ਆਪਣੇ ਬੈਨੀਫਿਟਸ ਵਾਪਸ ਲੈ ਲਏ। ਪਰਪਸ ਇਹ ਹੈਗਾ ਆ। ਠੀਕ ਹੈ। ਸੋ ਜਿਹੜੀ ਲਿਸਟ ਹੈਗੀ ਜਿਹਦੇ ਨਾਲ ਅਸੀਂ ਜਿਹੜੇ ਐਕਸਪੈਂਸਿਸ ਕਲੇਮ ਕਰਕੇ ਆਪਾਂ ਨੈਟ ਇਨਕਮ ਨੂੰ ਘੱਟ ਕਰ ਸਕਦੇ ਹਾਂ, ਉਹਦੇ ਵਿੱਚ ਆਪਣੇ ਚਾਈਲਡ ਕੇਅਰ ਐਕਸਪੈਂਸਿਸ ਹੈਗੇ ਆ, RSP ਹੋ ਗਈਆਂ, ਯੂਨੀਅਨ ਪ੍ਰੋਫੈਸ਼ਨਲ ਡਿਊਜ਼ ਹੈਗੇ ਆ ਜੀ, ਲਾਈਕ ਜਿਹੜੇ ਸਮ ਟਾਈਮ ਵੀ ਹੈਵ ਟੂ ਪੇ ਐਨੂਅਲ ਫੀਸਿਸ, ਉਹ ਤੁਸੀਂ ਮਾਈਨਸ ਕਰ ਸਕਦੇ ਹੋ, ਲਾਈਕ ਯੂ ਕੈਨ ਕਲੇਮ ਇਨ ਟੈਕਸਸ। ਮੂਵਿੰਗ ਐਕਸਪੈਂਸ ਹੈ, ਕੋਈ ਸਪੋਰਟ ਪੇਮੈਂਟਸ ਹੈਗੀਆਂ ਜਾਂ ਕੋਈ ਇੰਪਲੋਇਮੈਂਟ ਐਕਸਪੈਂਸਿਸ ਹੈਗੇ। ਇਹ ਦੇਰ ਆਰ ਸਰਟਨ ਮੋਰ ਐਕਸਪੈਂਸਿਸ, ਅਗੇਨ ਤੁਸੀਂ ਮੇਰੀ ਬਰੋਸ਼ਰ ਤੇ ਜਾ ਕੇ ਉਹ ਚੈੱਕ ਕਰ ਸਕਦੇ ਆ ਸਾਰੇ। ਤੇ ਇਸ ਐਕਸਪੈਂਸਿਸ ਮਾਈਨਸ ਕਰਨ ਤੋਂ ਬਾਅਦ ਜੇ ਨੈਟ ਇਨਕਮ ਮੰਨ ਲਓ ਹੁਣ ਉਹ 50000 ਰਿਡਿਊਸ ਹੋ ਕੇ 3080 ਰਹਿ ਗਿਆ, ਦੈਨ ਵੀ ਆਰ ਗੁੱਡ, ਫਿਰ ਕੋਈ ਟੈਕਸ ਪੇ ਕਰਨ ਦੀ ਲੋੜ ਨਹੀਂ। ਔਰ ਤੁਸੀਂ ਜ਼ਿਕਰ ਕੀਤਾ ਸੀਗਾ RRSP ਦਾ। ਹਾਂਜੀ। ਸੋ RRSP ਦੀ ਕੋਈ ਡੈਡਲਾਈਨ ਹੈਗੀ ਵੀ ਕਦੋਂ ਤੱਕ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਜੇ, ਔਰ ਕਿੰਨੀ ਕੁ ਦੀ ਲਿਮਿਟ ਹੈਗੀ ਹੈ ਕੰਟਰੀਬਿਊਸ਼ਨ ਦੀ? ਸੋ RRSP ਦੀ ਡੈਡਲਾਈਨ ਹਰ ਸਾਲ ਸੇਮ ਹੀ ਹੈਗੀ ਆ। 1 ਮਾਰਚ ਤੱਕ ਡੈਡਲਾਈਨ 1 ਮਾਰਚ ਤੱਕ ਤੁਸੀਂ ਕੰਟਰੀਬਿਊਟ ਕਰ ਸਕਦੇ ਆ RRSP ਚ। ਐਂਡ ਇਟਸ ਵੈਰੀ ਗੁੱਡ ਕਿ ਇੰਟਰਵਿਊ ਵਧੀਆ ਟਾਈਮ ਤੇ ਹੋਗੀ। ਸੋ ਮੇ ਬੀ ਇਟਸ ਵੈਰੀ ਯੂਜ਼ਫੁਲ ਇਨਫੋਰਮੇਸ਼ਨ ਕਿ ਜੇ RSP ਚ ਕੰਟਰੀਬਿਊਟ ਕਰਨਾ ਜਾਂ ਆਪਣੀਆਂ ਰਸੀਟਸ ਕਲੈਕਟ ਕਰਨੀਆਂ ਆ ਟਾਈਮਲੀ, ਤੁਸੀਂ ਆਪਣੇ ਕਲੈਕਟ ਕਰਕੇ ਤਾਂ ਟੈਕਸ ਸੇਵ ਕਰ ਸਕਦੇ ਹੈਗੇ। ਬਿਲਕੁਲ ਜੀ, RSP ਦੇ ਵਿੱਚ ਕੰਟਰੀਬਿਊਸ਼ਨ ਕੀਤੀ ਜਾ ਸਕਦੀ ਹੈ। ਜਿਵੇਂ ਹੋਰ ਵੀ ਕੁਝ ਤਰੀਕੇ ਦੱਸੇ ਨੇ ਮਮਤਾ ਜੀ ਨੇ, ਜਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਵੀ ਹੋਰ ਕਿਹੜੇ ਤਰੀਕੇ ਨੇ ਜਿਹਦੇ ਨਾਲ ਤੁਸੀਂ ਜਿਹੜਾ ਆਪਣਾ ਐਕਸਪੈਂਸਸ ਜਿਹੜੇ ਆ ਤੁਸੀਂ ਇਹਦੇ ਵਿੱਚੋਂ ਡਿਡਕਟ ਕਰਵਾ ਸਕਦੇ ਜੀ। ਸੋ ਮੈਂ ਇੱਕ ਵਾਰੀ ਫੇਸ ਗੱਲ ਤੇ ਜ਼ੋਰ ਦੇਣਾ ਚਾਹਾਂਗੀ ਕਿ ਤੁਸੀਂ ਆਪਣੀ ਇਨਕਮ ਕੈਲਕੂਲੇਟ ਜ਼ਰੂਰ ਕਰ ਲਓ ਬਿਫੋਰ 1 ਮਾਰਚ, ਔਰ ਇਫ ਜੇ ਕਿਤੇ ਵੀ ਰੂਮ ਹੈਗਾ ਤਾਂ ਤੁਸੀਂ ਉਸ ਰੂਮ ਨੂੰ ਕਵਰ ਕਰੋ ਤਾਂ ਕਿ ਤੁਸੀਂ ਆਪਣਾ ਟੈਕਸ ਸੇਵ ਕਰ ਸਕੋ। ਔਰ ਵਧੇਰੇ ਜਾਣਕਾਰੀ ਲਈ ਡੈਫੀਨਿਟਲੀ ਤੁਸੀਂ ਮਮਤਾ ਜੀ ਨੂੰ ਜਾਂ ਆਪਣੇ ਅਕਾਊਂਟੈਂਟ ਨੂੰ ਕਿਸੇ ਨੂੰ ਵੀ ਸੰਪਰਕ ਕਰ ਸਕਦੇ। ਮਮਤਾ ਜੀ, ਤੁਸੀਂ ਚਾਈਲਡ ਕੇਅਰ ਐਕਸਪੈਂਸਿਸ ਦੀ ਗੱਲ ਕੀਤੀ ਸੀ, ਇਹ ਜਿਹੜੇ ਐਕਸਪੈਂਸਿਸ ਨੇ ਕਿੰਨੇ ਤੁਸੀਂ ਕਲੇਮ ਕਰ ਸਕਦੇ ਜੇ, ਔਰ ਕੀ ਪ੍ਰੋਸੀਜਰ ਕੀ ਹੈ ਇਹਦਾ? ਹਾਂਜੀ, ਚਾਈਲਡ ਕੇਅਰ ਐਕਸਪੈਂਸਿਸ ਕਾਈਂਡ ਆਫ ਡੇ ਕੇਅਰ ਐਕਸਪੈਂਸਿਸ। ਸੋ ਕੋਈ ਵੀ ਪ੍ਰਾਈਵੇਟ ਬੇਬੀ ਸਿਟਰ ਐਕਸਪੈਂਸਿਸ ਵੀ ਹੋ ਸਕਦੇ ਆ। ਜਿਹੜੇ ਬੱਚੇ 2005 ਜਾਂ ਬਾਅਦ ਦੇ ਬੋਰਨ ਹੈਗੇ ਆ, ਉਹਨਾਂ ਦੇ ਲਈ 8000 ਤੱਕ ਦਾ ਅਮਾਊਂਟ ਕਲੇਮ ਕਰ ਸਕਦੇ ਹੋ ਤੁਸੀਂ ਐਜ਼ ਏ ਬੇਬੀ ਸਿਟਿੰਗ ਐਕਸਪੈਂਸ 1 ਸਾਲ ਦਾ। ਤੇ ਉਸ ਤੋਂ ਪਹਿਲਾਂ ਵਾਲੇ ਬੱਚੇ ਜਿਹੜੇ ਉਹਦੇ ਲਈ ਆਪਾਂ 5000 ਦਾ ਅਮਾਊਂਟ ਕਲੇਮ ਕਰ ਸਕਦੇ ਹੈਗੇ ਆ। ਠੀਕ ਹੈ ਜੀ। ਤੇ ਇਹਦੇ ਵਿੱਚ ਪ੍ਰਾਈਵੇਟ ਕੇਅਰ ਗਿਵਰ ਪ੍ਰੋਵਾਈਡਰ ਵੀ ਹੋ ਸਕਦੇ ਆ। ਤੁਹਾਡਾ ਕੋਈ ਫਰੈਂਡ ਹੋ ਸਕਦਾ, ਰਿਲੇਟਿਵ ਹੋ ਸਕਦਾ। ਯੈਸ, ਸੋ ਬਲੱਡ ਰਿਲੇਟਿਵ ਵੀ ਹੋ ਸਕਦੇ ਆ। ਬਲੱਡ ਰਿਲੇਟਿਵਸ ਦੇ ਵਿੱਚ ਅਗਰ ਕੋਈ ਬੱਚਾ 18 ਤੋਂ ਉੱਪਰ ਹੈਗਾ ਤਾਂ ਤੁਸੀਂ ਉਹਦੀਆਂ ਬੇਬੀ ਸਿਟਿੰਗ ਵੀ ਐਜ਼ ਅ ਕਲੇਮ ਕਰ ਸਕਦੇ ਆ। ਠੀਕ ਹੈ, ਠੀਕ ਹੈ। ਪਰ ਜੇ 18 ਤੋਂ ਘੱਟ ਆ, ਬਲੱਡ ਰਿਲੇਟਿਵ ਹੈ, ਕੋਈ ਨੀਸ, ਨੈਫਿਊ, ਆਂਟ, ਅੰਕਲ, ਇਫ 18 ਲੈਸ ਦੈਨ 18, ਫਿਰ ਤੁਸੀਂ ਉਹ ਐਕਸਪੈਂਸ ਨਹੀਂ ਕਲੇਮ ਕਰ ਸਕਦੇ ਜੀ। ਇਸ ਤੋਂ ਇਲਾਵਾ ਡੇ ਨਰਸਰੀ ਸਕੂਲਸ, ਡੇ ਕੇਅਰ ਸੈਂਟਰਸ ਹੋ ਗਏ, ਐਜੂਕੇਸ਼ਨਲ ਇੰਸਟੀਟਿਊਸ਼ਨ, ਪਰ ਪਾਰਟ ਆਫ ਦਾ ਫੀਸ ਰਿਲੇਟਡ ਟੂ ਡੇ ਕੇਅਰ ਹੋਣੀ ਚਾਹੀਦੀ ਹੈ ਉਹਦੀ। ਤੇ ਉਸ ਤੋਂ ਇਲਾਵਾ ਜਿਹੜੇ ਡੇ ਕੈਂਪਸ ਹੈ, ਡੇ ਸਪੋਰਟਸ, ਬਟ ਫੋਕਸ ਸ਼ੁੱਡ ਬੀ, ਪ੍ਰਾਇਮਰੀ ਗੋਲ ਜਿਹੜਾ ਆ ਉਹ ਚਾਈਲਡ ਕੇਅਰ ਦਾ ਹੀ ਹੋਣਾ ਚਾਹੀਦਾ ਉਹਨਾਂ ਵਾਸਤੇ ਵੀ। ਬੋਰਡਿੰਗ ਸਕੂਲ ਜਾਂ ਓਵਰਨਾਈਟ ਸਪੋਰਟ ਸਕੂਲਸ, ਕੈਂਪਸ ਕੋਈ ਵੀ ਹੈਗੇ ਆ, ਪਰ ਅਗੇਨ ਪਰਪਸ ਸ਼ੁੱਡ ਬੀ ਜਿਹੜਾ ਉਹ ਡੇ ਕੇਅਰ ਟਾਈਪ ਹੀ ਹੋਣਾ ਚਾਹੀਦਾ। ਠੀਕ ਹੈ, ਕਿ ਬੱਚੇ ਦੀ ਟੇਕ ਕੇਅਰ ਕਰਨ ਦੇ ਲਈ ਜਦੋਂ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਸੀਗੇ ਉਹ ਕੰਮ ਤੇ ਸੀਗੇ, ਰਾਈਟ? ਅੰਡਰ 16 ਤੱਕ ਤੁਸੀਂ ਚਾਈਲਡ ਕੇਅਰ ਐਕਸਪੈਂਸਿਸ ਕਲੇਮ ਕਰ ਸਕਦੇ ਆ, ਪਰ ਇਹ ਵਾਲੀਆਂ ਸਿਚੁਏਸ਼ਨਸ ਚਾਈਲਡ ਵਿਦ ਇੰਪੇਅਰਮੈਂਟ 'ਚ ਅਪਲਾਈ ਨਹੀਂ ਹੁੰਦੀਆਂ। ਉਹਨਾਂ ਦੇ ਅਮਾਊਂਟ ਡਿਫਰੈਂਟ ਹੁੰਦੇ ਆ, ਉਹਨਾਂ ਦੀਆਂ ਸਿਚੁਏਸ਼ਨਸ ਡਿਫਰੈਂਟ ਹੁੰਦੀਆਂ। ਡੈਫੀਨਿਟਲੀ, ਲਾਈਕ ਏਜ, ਕਿਉਂਕਿ ਉਹ ਇੰਪੇਅਰਮੈਂਟ 'ਚ ਆ ਤਾਂ ਉਹਨਾਂ ਦੀ ਏਜ ਜਿਹੜੀ ਆ ਉਹ ਕੋਈ ਵੀ ਹੋ ਸਕਦੀ ਹੈ। ਡੈਫੀਨਿਟਲੀ। ਤੇ ਹੁਣ ਗੱਲ ਕਰਦੇ ਹਾਂ ਜੀ ਕਿ ਜਦੋਂ ਦਾ ਕੋਵਿਡ ਦਾ ਮਾਹੌਲ ਸ਼ੁਰੂ ਹੋਇਆ ਵਾ ਆਲ ਓਵਰ ਦੀ ਵਰਲਡ, ਇੱਕ ਨਵਾਂ ਵਰਕ ਕਲਚਰ ਸ਼ੁਰੂ ਹੋਇਆ, ਵਰਕ ਫਰੋਮ ਹੋਮ।
ਜਿਹੜੀਆਂ ਫੀਮੇਲਸ ਨੇ ਘਰਾਂ ਦੇ ਵਿੱਚ ਬੈਠੀਆਂ ਨੇ, ਈਵਨ ਕਿਚਨ ਤੋਂ ਵੀ ਕੰਮ ਕਰੀ ਜਾਂਦੀਆਂ ਨੇ, ਬੰਦੇ ਬੈਠੇ ਨੇ ਬੈਡਰੂਮ ਦੇ ਵਿੱਚ ਬੈਠੇ ਆਪਣੇ ਕੰਮ ਕਰੀ ਜਾਂਦੇ ਨੇ, ਪਰ ਡੈਫੀਨੇਟਲੀ ਘਰ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਯੂਸਸ ਜ਼ਿਆਦਾ ਹੋ ਰਹੀ ਆ, ਜਿਵੇਂ ਇਲੈਕਟ੍ਰਿਸਿਟੀ ਹੋ ਗਿਆ, ਗੈਸ ਹੋ ਗਿਆ, ਕੰਪਿਊਟਰ ਹੋ ਸਕਦਾ। ਕੀ ਇਹ ਐਕਸਪੈਂਸਿਸ ਜਿਹੜੇ ਨੇ ਉਹ ਵੀ ਯੂਜ਼ ਕੀਤੇ ਜਾ ਸਕਦੇ ਆ ਟੈਕਸ ਵਿੱਚ ਡਿਡਕਟੇਬਲ ਦੇ ਤੌਰ ਤੇ? ਹਾਂਜੀ ਮਨਜੀਤ ਜੀ, ਸੋ ਵਰਕ ਫਰੋਮ ਹੋਮ ਦੇ ਲਈ ਤਾਂ ਅਪ ਟੂ ਡੇਟਸ ਰੈਗੂਲਰ ਹੀ ਆ ਰਹੀਆਂ ਆ, ਪਰ ਇਸ ਸਾਲ ਗਵਰਨਮੈਂਟ ਨੇ ਜਿਹੜੀ ਚੇਂਜ ਕੀਤੀ ਆ ਉਹ ਲਾਸਟ ਈਅਰ ਸੀਗੀ ਫਲੈਟ ਰੇਟ 400 ਜੀ, ਸੋ ਇਨਕਰੀਜ਼ ਕਰਕੇ 500 ਕਰਤਾ ਹੈ ਕਿ ਠੀਕ ਹੈ ਜੀ। ਸੋ ਫਲੈਟ ਰੇਟ, ਸੋ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਕੰਟਰੋਲ ਹੀ ਹੈ ਜੀ। ਜੇ ਤੁਸੀਂ ਕਮਿਸ਼ਨ EMPLOYEE ਹੈਗੇ ਆ ਜਾਂ ਤੁਸੀਂ ਅਦਰ ਐਕਸਪੈਂਸਿਸ ਕਲੇਮ ਕਰਨੇ ਹੈਗੇ, ਇੰਟਰਨੈਟ, ਕੋਈ ਕੰਪਿਊਟਰ, ਫਰਨੀਚਰ ਲਿਆ ਜਾਂ ਕੁਝ ਵੀ ਆ, ਦੈਨ ਯੂ ਕੈਨ ਕਲੇਮ। ਪਰ ਉਹ CRA ਨੇ ਬੜੀਆਂ ਅੱਛੀਆਂ ਐਗਜ਼ਾਮਪਲਸ ਵੀ ਦਿੱਤੀਆਂ ਹੋਈਆਂ ਆਪਣੀਆਂ ਵੈਬਸਾਈਟ ਤੇ, ਉਹ ਕੁਝ ਪਰਸੈਂਟੇਜ ਤੁਸੀਂ ਕਲੇਮ ਕਰ ਸਕਦੇ ਆ ਜਿੰਨਾ ਏਰੀਆ ਤੁਸੀਂ ਆਪਣੇ ਘਰ ਦਾ ਯੂਜ਼ ਕਰ ਰਹੇ ਹੋ ਜੀ। ਸੋ ਉਹ ਪਰਸੈਂਟੇਜ ਕੈਲਕੂਲੇਟ ਕਰਕੇ ਦੈਨ ਟੋਟਲ ਐਕਸਪੈਂਸਿਸ ਦੀ ਉਹੀ ਪਰਸੈਂਟੇਜ, ਆਈ ਮੀਨ ਏਰੀਆ ਯੂਜ਼ੇਜ ਆਫ ਹਾਊਸ ਪਰਸੈਂਟੇਜ ਐਂਡ ਦੈਨ ਟੋਟਲ ਐਕਸਪੈਂਸਿਸ ਆਫ ਹਾਊਸ, ਉਹ ਪਰਸੈਂਟੇਜ ਅਪਲਾਈ ਕਰਕੇ ਤਾਂ ਤੁਸੀਂ ਉਹ ਟੋਟਲ ਐਕਸਪੈਂਸ ਕੱਢ ਸਕਦੇ ਜਿਹੜੇ ਤੁਸੀਂ ਟੈਕਸ 'ਚ ਕਲੇਮ ਕਰਨੇ ਹੈਗੇ ਆ। ਠੀਕ ਹੈ ਜੀ। ਪਰ ਜ਼ਿਆਦਾ ਡਿਟੇਲ 'ਚ ਤੁਸੀਂ, ਆਪਣੇ ਕੋਲ ਟਾਈਮ ਵੀ ਘੱਟ ਹੈਗਾ, ਪਰ ਜ਼ਿਆਦਾ ਡਿਟੇਲ ਲਈ ਜੇ ਤੁਸੀਂ CRA ਦੀ ਵੈਬਸਾਈਟ ਤੇ ਵੀ ਜਾ ਕੇ EMPLOYMENT ਐਕਸਪੈਂਸ ਸਰਚ ਕਰਦੇ ਹੋ ਤਾਂ ਉਹਦੇ 'ਚ ਤੁਹਾਨੂੰ ਬਹੁਤ ਈਜ਼ੀ ਉਹਨਾਂ ਨੇ ਇਨਫੋਰਮੇਸ਼ਨ ਪ੍ਰੋਵਾਈਡ ਦਿੱਤੀ ਹੋਈ ਹੈਗੀ ਆ ਕਿ ਤੁਸੀਂ ਕਿੱਦਾਂ ਉਹਨੂੰ ਕੈਲਕੂਲੇਟ ਕਰ ਸਕਦੇ ਹੈਗੇ ਆ। ਸੋ ਮਮਤਾ ਜੀ, ਇਸ ਤੋਂ ਇਲਾਵਾ ਵੀ ਕੋਈ ਟੈਕਸ ਰਿਲੇਟਡ ਕੋਈ ਇਨਫੋਰਮੇਸ਼ਨ ਹੈਗੀ ਹੈ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋ, ਤੁਸੀਂ ਅਪਡੇਟ ਕਰ ਸਕਦੇ ਜੀ? ਹਾਂਜੀ ਮਨਜੀਤ ਜੀ, ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ ਕਿ ਆਪਣਾ ਏਰੀਆ ਥੋੜਾ ਆਇਲ ਫੀਲਡ ਬਿਲਕੁਲ ਰਿਲੇਟਡ ਹੈਗਾ। ਹਾਂਜੀ। ਸੋ ਬਹੁਤ ਸਾਰੇ ਅਲਬਰਟਨਸ ਨੇ ਜਿਹੜੇ ਅਲਬਰਟਨਸ, ਹਾਂਜੀ, ਉਹ ਆਇਲ ਫੀਲਡ ਇੰਡਸਟਰੀ 'ਚ ਹੈਗੇ। ਸੋ ਗਵਰਨਮੈਂਟ ਨੇ ਜ਼ੋਨਿੰਗ ਕੀਤੀ ਹੋਈ ਆ, ਇਹ ਜ਼ੋਨ A, ਜ਼ੋਨ B 'ਚ, ਕੁਝ ਸਿਟੀ ਜ਼ੋਨ A 'ਚ ਆਉਂਦੇ ਹੈਗੇ, ਕੁਝ ਸਿਟੀ ਜ਼ੋਨ B 'ਚ ਹੈਗੇ ਜੀ। ਸੋ ਜਦੋਂ ਵੀ ਟੈਕਸ ਫਾਈਲ ਕਰਨੀ ਹੈ ਤਾਂ ਨਾਰਦਰਨ ਰੈਜ਼ੀਡੈਂਟ ਡਿਡਕਸ਼ਨ ਨਾ ਭੁੱਲਣ ਕਲੇਮ ਕਰਨੀ। ਸਮ ਟਾਈਮ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ, ਸਮ ਟਾਈਮ ਭੁੱਲ ਜਾਂਦੇ ਅਸੀਂ ਕਲੇਮ ਕਰਨਾ। ਬਿਲਕੁਲ। ਤੇ ਜਦੋਂ ਵੀ ਟੈਕਸ ਫਾਈਲ ਕਰਨਾ ਹੈ ਤਾਂ ਨਾਰਦਰਨ ਡਿਡਕਸ਼ਨ ਜ਼ਰੂਰ ਕਲੇਮ ਕਰਨੀ ਹੈਗੀ। ਸੋ ਜਿਹੜੇ ਫੋਰਟ ਮੈਕਮਰੀ ਕੰਮ ਕਰ ਰਹੇ ਹੈਗੇ ਆ ਜਾਂ ਜਿਹੜੇ ਵੀ ਕੈਂਪਸ 'ਚ ਕੰਮ ਕਰ ਰਹੇ ਹੈਗੇ, ਉਹ ਇਹ ਅਮਾਊਂਟ, ਇਹ ਡਿਡਕਸ਼ਨ ਦਾ ਬੈਨੀਫਿਟ ਲੈ ਸਕਦੇ ਆ। ਠੀਕ ਹੈ ਜੀ। ਮਮਤਾ ਜੀ, ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਤੁਸੀਂ ਜਦੋਂ ਵੀ ਸਾਡੇ ਸਟੂਡੀਓ ਵਿੱਚ ਆਉਂਦੇ ਜੇ, ਹਰ ਸਾਲ ਨਵੀਆਂ ਜਿਹੜੀਆਂ ਇਨਕਮ ਟੈਕਸ ਨਾਲ ਰਿਲੇਟਡ ਜਾਂ ਅਕਾਊਂਟਿੰਗ ਨਾਲ ਰਿਲੇਟਡ ਇਨਫੋਰਮੇਸ਼ਨਸ ਹੁੰਦੀਆਂ ਨੇ ਉਹ ਸਾਂਝੀਆਂ ਕਰਦੇ ਜੇ, ਤੇ ਤੁਸੀਂ ਕੋਈ ਦਰਸ਼ਕਾਂ ਨੂੰ ਕਹਿਣਾ ਚਾਹੋ, ਸੁਨੇਹਾ ਦਿਓ? ਹਾਂਜੀ ਮਨਜੀਤ ਜੀ, ਮੈਂ ਅਗੇਨ ਆਈ ਐਮ ਵੈਰੀ ਥੈਂਕਫੁਲ। ਪੰਜਾਬੀ ਨੈਸ਼ਨਲ TV ਦੇ ਦਰਸ਼ਕਾਂ ਨੇ ਮੈਨੂੰ ਬਹੁਤ ਸਪੋਰਟ ਦਿੱਤਾ ਤੇ ਆਪਣੇ ਹੋਰ ਅਲਬਰਟੀਅਨਸ ਵੀ ਦੇਖ ਰਹੇ ਹੈਗੇ ਆ ਔਰ ਬਹੁਤ ਸਪੋਰਟ ਕਰ ਰਹੇ ਆ। ਆਮ ਸੋ ਥੈਂਕਫੁਲ ਫॉर them ਤੇ ਇਸ ਕਰਕੇ ਮੈਨੂੰ ਹੋਰ ਐਨਕਰੇਜਮੈਂਟ ਮਿਲ ਰਹੀ ਆ ਕਿ ਮੈਂ ਬਾਰ-ਬਾਰ ਜਾਵਾਂ। ਬਿਲਕੁਲ ਜੀ, ਤੁਸੀਂ ਬਾਰ-ਬਾਰ ਵੈਲਕਮ ਜੇ ਸਾਡੇ ਸਟੂਡੀਓ ਦੇ ਵਿੱਚ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਇਹੋ ਜਿਹੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਜੀ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਜੀ। ਐਂਡ ਆਈ ਐਮ ਹੈਪੀ ਟੂ ਹੈਲਪ ਕਿ ਜਿੱਥੇ ਵੀ ਆਪਣੀ ਸੋਸਾਇਟੀ ਨੂੰ ਹੈਲਪ ਹੋ ਸਕਦੀ ਹੈਗੀ ਆ, ਜਿੱਥੋਂ ਵੀ ਉਹ ਟੈਕਸ ਸੇਵ ਕਰ ਸਕਦੇ ਆ, I am always a phone call away। ਤੇ ਮੈਂ ਇੱਕ ਵਾਰੀ ਫਿਰ ਚਾਹਾਂਗਾ ਕਿ ਦਰਸ਼ਕਾਂ ਦੇ ਨਾਲ ਆਪਣਾ ਫੋਨ ਨੰਬਰ ਤੇ ਜਿਹੜਾ ਐਡਰੈਸ ਆ ਉਹ ਸਾਂਝਾ ਕਰ ਦਿਓ ਜੀ। ਹਾਂਜੀ, ਸੋ ਕੰਪਨੀ ਦਾ ਨਾਮ ਚੇਂਜ ਹੋ ਗਿਆ ਹੈ, ਅਕਾਊਂਟਿੰਗ ਐਂਡ ਟੈਕਸ ਐਵਨਿਊ ਇੰਕ। ਫੋਨ ਨੰਬਰ ਸੇਮ ਹੀ ਹੈ, 7804620919। ਈਮੇਲ ਐਡਰੈਸ mamta@acctaxev.com। ਮੇਰੀਆਂ ਪੁਰਾਣੀਆਂ ਈਮੇਲਸ ਵੀ ਚੱਲ ਰਹੀਆਂ ਹਲੇ, ਫੋਨ ਨੰਬਰ ਸੇਮ ਹੀ ਹੈ ਜੀ। ਸੋ ਅਗਰ ਪੁਰਾਣੀ ਈਮੇਲ ਤੇ ਵੀ ਤੁਸੀਂ ਮੈਨੂੰ ਈਮੇਲ ਕਰਦੇ ਹੋ mamta@ektrahan.com, ਉਹ ਵੀ ਐਕਟਿਵ ਹੈਗੀ ਆ ਜੀ। ਸੋ ਕਿਸੇ ਟਾਈਮ ਵੀ ਤੁਹਾਡੀਆਂ ਕੋਈ ਵੀ ਕੁਐਰੀਜ਼ ਹੈਗੀਆਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ। ਸੋ ਮਮਤਾ ਜੀ, ਬਹੁਤ ਬਹੁਤ ਧੰਨਵਾਦ ਆ, ਸ਼ੁਕਰੀਆ ਵਾ। ਤੁਹਾਨੂੰ ਦੁਬਾਰਾ ਸੱਦਾਂਗੇ ਜੀ। ਤਦ ਤੱਕ ਲਈ ਧੰਨਵਾਦ। ਥੈਂਕ ਯੂ। ਸੋ ਇਹ ਸਨ ਜੀ ਮਮਤਾ ਤ੍ਰਿਹਨ ਜੀ, ਜਿਹੜੇ ਕਿ ਅਕਾਊਂਟਿੰਗ ਐਂਡ ਟੈਕਸ ਐਵਨਿਊ ਇੰਕ ਦੇ ਡਾਇਰੈਕਟਰ ਨੇ ਔਰ ਇਹਨਾਂ ਦੀ ਪਹਿਲੀ ਫਰਮ ਦਾ ਨਾਮ ਸੀਗਾ ਜੀ EK ਤ੍ਰਿਹਨ ਐਂਡ ਕੰਪਨੀ। ਸੋ ਆਸ ਕਰਦੇ ਹਾਂ ਕਿ ਜਿਹੜੀਆਂ ਟੈਕਸ ਰਿਲੇਟਡ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਡੇ ਲਈ ਲਾਹੇਵੰਦ ਹੋਣਗੀਆਂ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।